ਸੈਂਟਰਲ ਗਵਰਨमेंट ਜਾਂ WHO ਤੋਂ स्टेट गवर्नमेंट्स ਨੂੰ कुछ फंड मिल रहे हैं पर पेशेंट फंड मिलते हैं तो क्या ये भी एक चल रही है गेम प्लान के भी ਜਿਹੜੇ भी कोई कोविड टेस्ट कराते हैं उन्होंने काफ़ी ज़्यादा जो ना भी हो पॉजिटिव डिक्लेयर किया जाता है। ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਵੱਡੇ ਵੱਡੇ ਦਾਅਵੇ ਕੀਤੇ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਇਹ ਸਥਿਤੀ ਦੇ ਵਿੱਚ ਜੇ ਆਪਾਂ ICU ਦੀ ਗੱਲ ਕਰਦੇ ਹਾਂ ਤਾਂ ਉੱਥੇ ਬੈੱਡ ਲੈਣ ਦੇ ਲਈ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਏ ਦਿਨ ਜਿਹੜੇ ਕਿ ਮੌਤ ਦਾ ਅੰਕੜਾ ਵੱਧ ਰਿਹਾ ਹੈ। ਕੌਮੀ ਪੱਧਰ ਤੇ ਸਾਡਾ ਮਰੀਜ਼ਾਂ ਦਾ ਅੰਕੜਾ 26 ਲੱਖ ਤੋਂ ਉੱਪਰ ਪਾਰ ਕਰ ਚੁੱਕਾ ਹੈ। ਪਹਿਲੇ ਤੇ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਅਸੀਂ 18 ਦਿਨ 'ਚ ਮਹਾਂਭਾਰਤ ਜਿੱਤ ਲਈ ਤੇ 21 ਦਿਨ 'ਚ ਕਰੋਨਾ ਨੂੰ ਜਿੱਤ ਲਵਾਂਗੇ, ਕਿਉਂਕਿ 16 ਮਈ ਤੋਂ ਬਾਅਦ ਕਰੋਨਾ ਦਾ ਕੋਈ ਹਿੰਦੁਸਤਾਨ 'ਚ ਕੇਸ ਨਹੀਂ ਹੋਏਗਾ। ਇੱਕ ਡਾਕਟਰ ਦੇ ਮੂੰਹ ਤੇ ਇਹ ਜਿਹੇ ਬਿਆਨ ਦਿੱਤਾ ਹੋਰ ਵੀ ਮੰਦਭਾਗੀ ਗੱਲ ਕਿ ਇਸ ਵੇਲੇ ਜਿਹੜਾ ਸਾਡਾ ਇਨਫਰਾਸਟ੍ਰਕਚਰ ਆ ਹਸਪਤਾਲਾਂ ਦਾ ਬਹੁਤ ਹੀ ਮੰਦਹਾਲੀ ਹਾਲਤ ਵਿੱਚੋਂ ਗੁਜ਼ਰ ਰਿਹਾ ਤੇ ਕਿਵੇਂ ਅਸੀਂ ਐਡੀ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੇ ਹੋਵਾਂਗੇ। ਭਾਈ ਇਹ ਹਸਪਤਾਲਾਂ ਦਾ ਕੁਝ ਹੋਣਾ ਚਾਹੀਦਾ, ਗਵਰਨਮੈਂਟ ਨੂੰ ਇਹਨਾਂ ਨੂੰ ਅਪਲਿਫਟ ਕਰਕੇ ਇਹਨਾਂ ਦਾ ਸਟੈਂਡਰਡ ਮੇਨਟੇਨ ਕਰੋ ਤਾਂ ਕਿ ਜਿਹੜਾ ਗਰੀਬ ਹੈ, ਮਿਡਲ ਕਲਾਸ ਹੈ, ਲੋਅਰ ਮਿਡਲ ਕਲਾਸ ਹੈ, ਉਹ ਕਿੱਥੇ ਜਾਏ। ਪ੍ਰਾਈਵੇਟ ਹਸਪੀਟਲ ਉਹਦੇ ਵਾਸਤੇ ਆਊਟ ਆਫ ਰੀਚ ਹੈ। ਬਦਕਿਸਮਤੀ ਨਾਲ ਸਾਡੇ ਕੋਈ ਪੋਲੀਟੀਸ਼ੀਅਨ ਇਹ ਮੁੱਦਾ ਐਡਰੈਸ ਨਹੀਂ ਕਰਨਾ ਚਾਹੁੰਦਾ, ਕੋਈ ਮੁੱਦਾ ਪੋਪੂਲੇਸ਼ਨ ਬਾਰੇ ਐਡਰੈਸ ਨਹੀਂ ਕਰਨਾ ਚਾਹੁੰਦਾ ਤੇ ਇੰਨਾ ਇਨਫਰਾਸਟ੍ਰਕਚਰ ਤੁਸੀਂ ਜਦ ਤੱਕ ਨਹੀਂ ਪ੍ਰੋਵਾਈਡ ਕਰੋਗੇ ਕਿਸ ਤਰ੍ਹਾਂ ਹੋਏਗਾ। ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੈਗੀਆਂ, ਇਹਨੂੰ ਤੁਸੀਂ ਪ੍ਰੋਵਾਈਡ ਕਰਨ ਜਦੋਂ ਜਾਓ ਤੇ ਬੜਾ ਮੁਸ਼ਕਿਲ ਹੈ। ਜਿਹੜਾ VIP ਹੈ ਉਹਨੂੰ ਤਾਂ ਤੁਸੀਂ ਪ੍ਰੋਵਾਈਡ ਕਰ ਦਿੰਦੇ ਹੋ ਫੈਸਿਲਿਟੀ ਇਨ ਗੁੱਡ ਹਸਪੀਟਲ, ਪ੍ਰਾਈਵੇਟ ਹਸਪੀਟਲ। ਜਿਹੜਾ ਆਮ ਆਦਮੀ ਹੈ ਉਹ ਤੇ ਟੱਕਰਾਂ ਖਾ ਰਿਹਾ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਆਜ਼ਾਦੀ ਜਸ਼ਨ ਦੇ ਜਿਹੜੇ ਰੰਗ ਹੈ ਉਹ ਫਿੱਕੇ ਰਹੇ ਹੈ। ਸਾਡੇ ਮੁਲਕ ਦੇ ਜਿਹੜੇ ਆਗੂ ਹੈ ਉਹਨਾਂ ਦੇ ਭਾਸ਼ਣ ਜ਼ਰੂਰ ਰੰਗਦਾਰ ਰਹੇ ਹੈ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਵੱਡੇ ਵੱਡੇ ਦਾਅਵੇ ਕੀਤੇ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਇਹ ਸਥਿਤੀ ਦੇ ਵਿੱਚ ਜੇ ਆਪਾਂ ICU ਦੀ ਗੱਲ ਕਰਦੇ ਹਾਂ ਤਾਂ ਉੱਥੇ ਬੈੱਡ ਲੈਣ ਦੇ ਲਈ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਏ ਦਿਨ ਜਿਹੜੇ ਕਿ ਮੌਤ ਦਾ ਅੰਕੜਾ ਵੱਧ ਰਿਹਾ ਹੈ। ਕੌਮੀ ਪੱਧਰ ਤੇ ਸਾਡਾ ਮਰੀਜ਼ਾਂ ਦਾ ਅੰਕੜਾ 26 ਲੱਖ ਤੋਂ ਉੱਪਰ ਪਾਰ ਕਰ ਚੁੱਕਾ ਹੈ ਔਰ ਮੌਤਾਂ ਦੀ ਗਿਣਤੀ ਵੀ ਇਸੇ ਤਰੀਕੇ ਨਾਲ ਵੈਕਸੀਨ ਦੇ ਮੁੱਦੇ ਤੇ ਵੀ ਰਾਜਸੀ ਧਿਰਾਂ ਆਗੂਆਂ ਵੱਲੋਂ ਵੱਡੇ ਕੀਤੇ ਜਾ ਰਹੇ ਦਾਅਵੇ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ 'ਚ ਸਾਡੇ ਇਸ ਵੇਲੇ ਇਸ ਖਿੱਤੇ ਦੇ ਆਪਣੇ ਆਪਣੇ ਖੇਤਰ ਦੇ ਖਾਸ ਜਿਹੜਾ ਪਹਿਚਾਣ ਰੱਖਣ ਵਾਲੇ ਸਾਡੇ ਮਹਿਮਾਨ ਡਾਕਟਰ AS ਬਾਵਾ ਜਿਹੜੇ ਕਿ ਮੈਡੀਲਾਈਨ ਦੀ ਇੱਕ ਜਾਣੀ ਪਛਾਣੀ ਹਸਤੀ ਹੈ, ਡਾਕਟਰ ਅਰੁਣ ਮਿੱਤਰਾ ENT ਸਪੈਸ਼ਲਿਸਟ ਨੇ, ਇੱਕ ਮਹਾਰਤ ਰੱਖਦੇ ਆਪਣੀ, RS ਸਚਦੇਵਾ PhD ਚੈਂਬਰ ਆਫ ਕਮਰਸ ਦੇ ਐਡਵਾਈਜ਼ਰ ਦਾ ਹਾਈ ਪਰ ਜ਼ਮੀਨੀ ਹਕੀਕਤਾਂ ਦੇ ਨਾਲ ਜੁੜੇ ਹੋਏ ਇੰਡਸਟਰੀਲਿਸਟ। ਤਿੰਨੇ ਮਹਿਮਾਨਾਂ ਨੂੰ ਮੈਂ ਤੁਹਾਡੇ ਵੱਲੋਂ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਅੱਜ ਦੀ ਡਿਬੇਟ ਦੀ ਮੈਂ ਦਰਸ਼ਕਾਂ ਲਈ ਵਿਲੱਖਣਤਾ ਇਹ ਵੀ ਹੈ ਕਿ ਅਸੀਂ ਜਿੱਦਾਂ ਰਾਸ਼ਟਰੀ ਮਹਿਮਾਨ ਹੁੰਦੇ ਆ, ਬੁਲਾਰੇ ਹੁੰਦੇ ਆ, ਉਹਨਾਂ ਨੂੰ ਇਸ ਪੈਨਲ ਦੇ ਉੱਤੇ ਨਹੀਂ ਲਿਆ। ਸਰਕਾਰਾਂ ਦੇ ਦਾਅਵੇ ਕਰੋਨਾ ਮਹਾਮਾਰੀ ਦੇ ਚੱਲਦਿਆਂ ਜ਼ਮੀਨੀ ਹਕੀਕਤਾਂ ਜਿਹੜੀਆਂ ਕਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਜਾਨ ਵੀ ਜਹਾਨ ਵੀ, ਉਹਨਾਂ ਮੁੱਦਿਆਂ ਤੇ ਕਰਾਂਗੇ ਚਰਚਾ। ਡਾਕਟਰ ਅਰੁਣ ਮਿੱਤਰਾ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗੇ ਹਾਂ। ਆਪਾਂ ਪੰਜਾਬ 'ਚ ਬੈਠੇ ਹਾਂ ਤਾਂ ਪੰਜਾਬ ਦੀ ਗੱਲ ਪਹਿਲਾਂ ਜ਼ਰੂਰ ਕਰੀਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਲਗਾਤਾਰ ਇਹ ਗੱਲ ਕਰਦੇ ਆ ਕਿ ਮਿਸ਼ਨ ਫਤਿਹ ਜਦੋਂ ਕਰੋਨਾ ਮਹਾਮਾਰੀ ਦੀ ਗੱਲ ਕਰਦੇ ਆ, ਜਿੱਦਾਂ ਮੈਂ ਕਮੈਂਟਸ ਕੀਤੇ ਹੈ ਕਿ ਹਸਪਤਾਲਾਂ ਦੇ ਅੰਦਰ ICU ਜਿਹੜੇ ਸੈਕਟਰ ਹੈਗੇ ਆ ਉਹਨਾਂ 'ਚ ਕਿਸ ਤਰੀਕੇ ਨਾਲ ਬੈੱਡ ਜਿਹੜੇ ਉਹਨਾਂ ਦੀ ਵੱਡੀ ਸਮੱਸਿਆ ਆ ਰਹੀ ਹੈ। ਆਏ ਦਿਨ ਜਿਹੜਾ ਹੈਗਾ ਮਰੀਜ਼ਾਂ ਦਾ ਅੰਕੜਾ ਤਾਂ ਵੱਧ ਹੀ ਰਿਹਾ। ਹੁਣ ਜੇ ਆਪਾਂ ਗੱਲ ਕਰੀਏ, ਕੈਬਨਿਟ ਮੰਤਰੀ, ਡਿਪਟੀ ਸਪੀਕਰ, ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਤੇ ਹੋਰ ਅਧਿਕਾਰੀ ਵੀ ਇਸ ਲਪੇਟ ਦੇ 'ਚ ਆਣੇ ਸ਼ੁਰੂ ਹੋ ਗਿਆ ਹੈ। ਪੰਜਾਬ ਜਿਹੜਾ ਕਿ ਬੜਾ ਦਾਅਵੇਦਾਰ ਕਹਾਉਂਦਾ ਸੀ ਆਪਣੇ ਆਪ ਨੂੰ ਇਸ ਫੀਲਡ ਦੇ ਕਿ ਅਸੀਂ ਇਸ ਬਿਮਾਰੀ ਨੂੰ ਕਾਫੀ ਪਿੱਛੇ ਧੱਕਿਆ ਵਾ। ਡਾਕਟਰ ਮਿੱਤਰਾ, ਜੋ ਮੌਜੂਦਾ ਪ੍ਰਸਥਿਤੀਆਂ ਉਹਦੇ 'ਚ ਪੰਜਾਬ ਨੂੰ ਕਿਵੇਂ ਦੇਖਦੇ ਹੋ ਤੁਸੀਂ? ਸਿੱਧੂ ਜੀ, ਇਹ ਪਹਿਲੀ ਗੱਲ ਤੇ ਦਾਅਵੇ ਕਰਨ ਦੀ ਕੋਈ ਸਥਿਤੀ ਨਹੀਂ ਹੈ। ਕਿਸੇ ਨੂੰ ਵੀ ਦਾਅਵੇ ਨਹੀਂ ਕਰਨੇ ਚਾਹੀਦੇ ਕਿਉਂਕਿ ਇਹ ਮਹਾਮਾਰੀ ਹੈ। ਪਹਿਲੇ ਤੇ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਅਸੀਂ 18 ਦਿਨ 'ਚ ਮਹਾਂਭਾਰਤ ਜਿੱਤ ਲਈ ਤੇ 21 ਦਿਨ 'ਚ ਕਰੋਨਾ ਨੂੰ ਜਿੱਤ ਲਵਾਂਗੇ,
ਇਹ ਜੀ ਗੱਲ ਕਹਿ ਕੇ ਫਿਰ ਉਹਨਾਂ ਤੋਂ ਉਤਸ਼ਾਹਤ ਹੋ ਕੇ ਜਾਂ ਪਤਾ ਨਹੀਂ ਕੋਈ ਦਬਾਅ ਥੱਲੇ, ਮੈਨੂੰ ਨਹੀਂ ਪਤਾ, ਡਾਕਟਰ ਵਿਨੋਦ ਪਾਲ ਜਿਹੜੇ ਕਿ ਨੀਤੀ ਦੇ ਮੈਂਬਰ, ਉਹਨਾਂ ਨੇ ਅਪ੍ਰੈਲ 'ਚ ਬਿਆਨ ਦੇ ਦਿੱਤਾ ਕਿ ਵੀ 16 ਮਈ ਤੋਂ ਬਾਅਦ ਕੋਰੋਨਾ ਦਾ ਕੋਈ ਹਿੰਦੁਸਤਾਨ 'ਚ ਕੇਸ ਨਹੀਂ ਹੋਏਗਾ। ਇੱਕ ਡਾਕਟਰ ਦੇ ਮੂੰਹ ਤੋਂ ਇਹ ਜਿਹੇ ਬਿਆਨ ਨਿਕਲਣਾ ਹੋਰ ਵੀ ਮੰਦਭਾਗੀ ਗੱਲ ਸੀ, ਨਹੀਂ ਨਿਕਲਣਾ ਚਾਹੀਦਾ ਸੀ। ਦਾਅਵਿਆਂ ਦੀ ਇਹ ਸਥਿਤੀ ਨਹੀਂ ਹੈ ਕਿਉਂਕਿ ਇਹ ਹੈ ਮਹਾਮਾਰੀ, ਸਾਰੀ ਦੁਨੀਆ 'ਚ ਫੈਲੀ ਹੈ। ਜੇ ਬਾਕੀ ਦੁਨੀਆ 'ਚ ਹੁੰਦੀ ਹੈ ਤਾਂ ਸਾਡੇ ਕਿਵੇਂ ਨਾ ਹੋਏਗੀ, ਇਹ ਗੱਲ ਮੰਨਣ ਵਾਲੀ ਨਹੀਂ ਹੈ। ਹੁਣ ਆਪਾਂ ਇਸੇ ਤਰੀਕੇ ਨਾਲ ਹੀ ਪੰਜਾਬ ਅਸੀਂ ਸੋਚਦੇ ਸੀ ਕਿ ਅਸੀਂ ਇਸ ਨੂੰ ਰੋਕ ਲਵਾਂਗੇ ਜਾਂ ਇਹਨੂੰ ਕਾਪੀ ਕਰ ਲਵਾਂਗੇ ਕੁਝ ਹੱਦ ਤੱਕ, ਪਰ ਚਲੋ ਠੀਕ ਹੈ ਸ਼ੁਰੂ 'ਚ ਹੋਇਆ, ਲੇਕਿਨ ਇਹ ਹੈ ਕਿ ਸਾਡਾ ਮੁਲਕ ਹੈ ਬਹੁਤ ਵੱਡਾ, ਸਾਡੇ ਮੁਲਕ 'ਚ ਕਦੇ ਵੀ ਇੱਕੋਦਮ ਸਾਰੇ ਮੁਲਕ 'ਚ ਨਹੀਂ ਫੈਲ ਸਕਦੀ ਬਿਮਾਰੀ। ਐਡਾ ਵੱਡਾ ਮੁਲਕ ਹੈ, ਛੋਟੇ ਮੁਲਕਾਂ 'ਤੇ ਵੀ ਛੋਟੀ ਜਗ੍ਹਾ ਹੈ ਤੇ ਇੱਕਦਮ ਫੈਲ ਗਈ। ਆਪਣੇ ਤੁਸੀਂ ਇੱਕ ਮੁਲਕ ਜੋ ਹੈ ਉਹ ਉਹਨਾਂ ਤੋਂ ਵੀ ਇਹ ਤੋਂ ਵੱਡੇ ਸਾਡੇ ਮਤਲਬ ਸੂਬੇ ਹਨ ਕਿੰਨੇ ਮੁਲਕਾਂ ਤੋਂ, ਇਸ ਲਈ ਸਾਡੇ ਮੁਲਕ 'ਚ ਦੀ ਫੈਲਣ ਦੀ ਸਥਿਤੀ ਅਲੱਗ-ਅਲੱਗ ਹੋਏਗੀ। ਪਹਿਲੇ ਹੀ ਆਪਣੀ ਮੈਂ ਕਿਹਾ ਕਿ ਪੰਜਾਬ ਅੰਦਰ ਅਗਸਤ ਵਿੱਚ ਜੋ ਹੈ ਕੇਸ ਵਧਣ ਕੇ ਜ਼ਿਆਦਾ ਹੁਣ ਅਸੀਂ ਦੇਖ ਰਹੇ ਹਾਂ, ਸੋ ਇਹ ਤੇ ਹੋਣਾ ਹੀ ਸੀ ਜੀ। ਡਾਕਟਰ ਮਿੱਤਰਾ, ਹੁਣ ਮਤਲਬ ਕਿ ਸਥਿਤੀ ਅੱਜ ਵੀ ਅਖਬਾਰ 'ਚ ਲੱਗਿਆ ਟ੍ਰਿਬਿਊਨ ਦੇ ਪਹਿਲੇ ਸਫੇ 'ਚ ਹੀ ਹੈ ਕਿ ਲੋਕਾਂ ਨੂੰ ਬੈੱਡ ਨਹੀਂ ਮਿਲ ਰਹੇ, ਬੜੀ ਮੁਸ਼ਕਿਲ ਸਥਿਤੀ ਤੇ ਹੋ ਗਈ ਹੈ, ਐਕਸਪੈਕਟਡ ਹੀ ਸੀ। ਸਾਡੇ ਕੋਲ ਟਾਈਮ ਬਹੁਤ ਸੀ, ਉਨੀ ਤਿਆਰੀ ਨਹੀਂ ਕੀਤੀ ਗਈ ਜਿੰਨੀ ਕਿ ਕਰ ਲੈਣੀ ਚਾਹੀਦੀ ਸੀ। ਉਹਦਾ ਕਾਰਨ ਹੈ ਕਿ ਸਾਡੇ ਸਾਰੇ ਮੁਲਕ 'ਚ ਸਣੇ ਪੰਜਾਬ ਜਿਹੜੀਆਂ ਸਿਹਤ ਸੇਵਾਵਾਂ ਹਨ ਉਹ ਜਨਤਕ ਖੇਤਰ ਵਿੱਚ ਉਹਨਾਂ ਦੀ ਇਨਵੈਸਟਮੈਂਟ ਬੜੀ ਘੱਟ ਹੈ। ਸਾਡੀ GDP ਦਾ ਕੇਵਲ ਹੈਲਥ ਕੇਅਰ ਸਿਸਟਮ ਇਹ ਲੱਗਦਾ ਹੈ, ਬਾਕੀ ਸਾਰਾ ਪ੍ਰਾਈਵੇਟ ਸੈਕਟਰ 'ਚ ਹੈ। ਤੇ ਪ੍ਰਾਈਵੇਟ ਸੈਕਟਰ ਨੇ ਹੁਣ ਵੀ ਲੁਧਿਆਣੇ 'ਚ ਬੈੱਡ ਬੜੇ ਖੋਲੇ ਹੈ, ਪਰ ਉੱਥੇ ਇਲਾਜ ਇੰਨਾ ਮਹਿੰਗਾ ਹੈ ਕਿ ਆਮ ਵਿਅਕਤੀ ਲਈ ਬਹੁਤ ਔਖਾ ਹੈ। ਉੱਥੇ ਜਾ ਕੇ ਟੈਸਟ ਕਰਾਉਣਾ ਵੀ ਔਖਾ ਹੈ। ਇਹ ਠੀਕ ਹੈ ਪੰਜਾਬ ਸਰਕਾਰ ਨੇ ਕੁਝ ਰੋਕਾਂ ਲਾਈਆਂ ਹਨ, ਇਹ ਜੋ ਟੈਸਟ ਪਹਿਲੇ 4500 ਦਾ ਸੀ ਜਾਂ 4700 ਸੀ, ਹੁਣ 2400 ਦਾ ਹੁੰਦਾ ਤੇ 2400 ਪਲੱਸ ਕਾਰਡ ਕੁਡ ਬਣਦੇ, ਮਤਲਬ 2600 ਰੁਪਏ ਦਾ ਉਹ ਸਾਰਾ ਟੈਸਟ ਪੈਂਦਾ ਬੰਦੇ ਨੂੰ, ਜੋ ਕਿ ਆਮ ਵਿਅਕਤੀ ਲਈ ਸਧਾਰਨ ਜੋ ਘੱਟ ਆਮਦਨੀ ਵਾਲਾ ਵਿਅਕਤੀ ਹੈ ਉਹਦੇ ਲਈ 2600 ਰੁਪਏ ਖਰਚਣੇ ਸੌਖਾ ਕੰਮ ਨਹੀਂ ਹੈ। ਜੇ ਫਿਰ ਉਹਨੂੰ ਕਿਤੇ ਹਸਪਤਾਲ ਦਾਖਲ ਹੋਣਾ ਪੈ ਜਾਵੇ DMC ਵਰਗੇ ਹਸਪਤਾਲ 'ਚ ਜਾਂ CMC 'ਚ ਜਾਂ ਅਪੋਲੋ 'ਚ, ਤਾਂ ਸਰਕਾਰ ਨੇ ਰੋਕ ਤੇ ਲਾਈ ਹੈ ਵੀ ਜੇ ਉਹਨੂੰ ਵੈਂਟੀਲੇਟਰ ਦੀ ਲੋੜ ਪਏਗੀ ਤਾਂ 20000 ਰੁਪਏ ਰੋਜ਼ ਦਾ ਉਹਦਾ ਖਰਚਾ ਹੋਏਗਾ। ਹਸਪਤਾਲ ਕਹਿ ਰਹੇ ਹਨ ਕਿ ਸਾਨੂੰ 20000 ਪੁੱਗਦਾ ਨਹੀਂ ਕਿਉਂਕਿ ਉਹਦੇ 'ਚ ਅਸੀਂ ਡਾਕਟਰਾਂ ਦੀ ਤਨਖਾਹ ਵੀ ਉਹ ਮਤ ਕੈਲਕੂਲੇਟ ਕਰਦੇ ਨੇ, ਟੈਸਟਾਂ ਦੇ ਖਰਚੇ ਵੀ, ਤੇ ਜੋ ਮਰੀਜ਼ ਕਹਿੰਦਾ ਵੀ ਸਾਨੂੰ ਵੀ ਨਹੀਂ ਪੁੱਗਦਾ। ਸੋ ਇਹ ਬੜੀ ਗੰਭੀਰ ਸਥਿਤੀ ਹੈ। ਇਹਦੇ ਵਿੱਚ ਫੌਰੀ ਤੌਰ ਤੇ ਮੇਰੀ ਇਹ ਸਮਝ ਹੈ ਕਿ ਜਿਹੜਾ ਲੋ ਇਨਕਮ ਗਰੁੱਪ ਹੈ, ਜਿਨ੍ਹਾਂ ਦੀ ਘੱਟ ਆਮਦਨੀ ਹੈ, ਤੁਸੀਂ ਕਹਿ ਲਓ ਕਿ ਜਿਹੜਾ ਨਾਨ ਟੈਕਸ ਪੇਅਰ ਹੈ, ਜੋ ਬੰਦਾ ਟੈਕਸ ਨਹੀਂ ਦਿੰਦਾ, ਉਹਨਾਂ ਦਾ ਖਰਚਾ ਕੁੱਲ ਮਿਲਾ ਕੇ ਸਮੁੱਚੇ ਤੌਰ ਤੇ ਸਰਕਾਰ ਨੂੰ ਕਰਨਾ ਚਾਹੀਦਾ ਹੈ, ਭਾਵੇਂ ਉਹ ਮਰੀਜ਼ ਪ੍ਰਾਈਵੇਟ ਸੈਕਟਰ ਦਾਖਲ ਹੋਏ ਜਾਂ ਉਹ ਸਰਕਾਰੀ ਖੇਤਰ 'ਚ ਦਾਖਲ ਹੋਏ। ਜਿਹੜੇ ਲੋਕ ਟੈਕਸ ਪੇ ਕਰ ਸਕਦੇ ਨੇ ਉਹਨਾਂ ਵਿੱਚ ਵੀ ਕਈ ਕੈਟੇਗਰੀਜ਼ ਨੇ, ਸਾਰੇ ਟੈਕਸ ਪੇਅਰ ਵੀ ਇਹਨਾਂ ਖਰਚਾ ਨਹੀਂ ਕਰ ਸਕਦੇ, ਉਹਨਾਂ ਵਿੱਚ ਵੀ ਇਹ ਸਾਨੂੰ ਕੈਟੇਗਰਾਈਜ਼। ਹੁਣ ਇਸ ਵੇਲੇ ਸਾਰਾ ਕੁਝ ਕੌਮੀਕਰਨ ਕਰ ਦਿਓ ਉਹ ਤੇ ਹੋਣ ਵਾਲਾ ਹੈ ਨਹੀਂ, ਉਹ ਬੜਾ ਮੁਸ਼ਕਿਲ ਕੰਮ ਹੈ। ਲੇਕਿਨ ਇਹ ਖਰਚੇ ਜਿਹੜੇ ਹਨ ਹਾਂਜੀ ਠੀਕ ਢੰਗ ਨਾਲ ਅਗਰ ਕਰਾਏ ਜਾਣ, ਸਰਕਾਰ ਜੋ ਹੈ ਇਹਦੇ ਵਿੱਚ ਆਪਣੀ ਦਖਲਅੰਦਾਜ਼ੀ ਵਧਾਏ, ਖਰਚੇ ਦੇਵੇ, ਲੋਕਾਂ ਦੇ ਇਲਾਜ ਲਈ ਸਹੂਲਤ ਨੂੰ ਤਾਂ ਹੀ ਵਧਾਇਆ ਜਾਏਗਾ। ਕਿਉਂਕਿ ਪਬਲਿਕ ਸੈਕਟਰ ਕੋਲ ਇੰਨਾ ਇਨਫਰਾਸਟ੍ਰਕਚਰ ਹੈ ਨਹੀਂ। ਜਿਵੇਂ ਲੁਧਿਆਣਾ ਦਾ ਸਿਵਲ ਹਸਪਤਾਲ ਇਸ ਤੋਂ ਪਹਿਲੇ ਵੀ ਮੰਗ ਕਰਦੇ ਰਹੇ ਹਾਂ ਕਈ ਵਾਰੀ ਕਿ ਇਹਨੂੰ ਅਪਗ੍ਰੇਡ ਕਰੋ, ਤੁਸੀਂ DMC ਦੇ ਬਰਾਬਰ ਬਣਾਓ, ਲੇਕਿਨ ਉਹ ਜੋ ਸਿਵਲ ਹਸਪਤਾਲ ਦੀ ਉਹ ਹਾਲਤ ਨਹੀਂ ਹੈ ਨਾ, ਵੈਂਟੀਲੇਟਰ ਨਹੀਂ ਹੈ ਉੱਥੇ, ਉਹਨਾਂ ਨੂੰ ਟਾਈ ਅਪ ਕੀਤਾ ਕੁਝ ਹਸਪਤਾਲਾਂ 'ਚ, ਤਾਂ ਫਿਰ ਕਿਵੇਂ ਉਹ ਜੋ ਹੈ ਜੋ 3rd ਗ੍ਰੇਡ ਦੇ ਪੇਸ਼ੈਂਟ ਹੋਣਗੇ ਜਿਨ੍ਹਾਂ ਨੂੰ ਜ਼ਿਆਦਾ ਕੇਅਰ ਚਾਹੀਦੀ ਹੈ, ਜੋ ਜ਼ਿਆਦਾ ਗੰਭੀਰ ਸਥਿਤੀ ਜਾ ਕੇ ਉਹਨਾਂ ਦਾ ਇਲਾਜ ਕਿਵੇਂ ਹੋਏਗਾ। ਹਰ ਇੱਕ ਨੂੰ ਪਟਿਆਲਾ ਅੰਮ੍ਰਿਤਸਰ ਵੀ ਨਹੀਂ ਭੇਜਿਆ ਜਾ ਸਕਦਾ, ਬੜਾ ਮੁਸ਼ਕਿਲ ਹੈ। ਸੋ ਇਹਦੇ ਬਾਰੇ ਨਵੇਂ ਢੰਗ ਨਾਲ ਸਟ੍ਰੈਟਜੀ ਅਡਾਪਟ ਕਰਨੀ ਪਏਗੀ, ਗਵਰਨਮੈਂਟ ਨੂੰ ਪੈਸਾ ਖਰਚਣਾ ਪਏਗਾ। ਥੈਂਕ ਯੂ ਡਾਕਟਰ ਮਿੱਤਰਾ। ਇਸ ਮੁੱਦੇ ਤੇ ਮੈਂ ਵਾਪਸ ਆਵਾਂਗਾ। ਡਾਕਟਰ ਬਾਵਾ, ਜਿੱਦਾਂ ਡਾਕਟਰ ਮਿੱਤਰਾ ਨੇ ਕਮੈਂਟਸ ਦਿੱਤੇ ਹੈਗੇ ਹੈ, ਇੱਕ ਤਾਂ ਰਾਜਸੀ ਨੇਤਾਵਾਂ ਦੀਆਂ ਦਾਅਵੇਦਾਰੀਆਂ, ਜਦੋਂ ਆਪਾਂ ਪੰਜਾਬ ਦਾ ਜ਼ਿਕਰ ਕਰਦੇ ਹਾਂ, ਤੁਸੀਂ ਉਸ ਖੇਤਰ ਦੇ ਵਿੱਚ ਬੈਠੇ ਹੋ ਜਿੱਥੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਸਾਰਾ ਜੁੜਦਾ ਹੈਗਾ, ਸਾਰਾ ਇਸ ਖੇਤਰ ਦੀ ਨਬਜ਼ ਤੇ ਤੁਹਾਡਾ ਹੱਥ ਹੈਗਾ। ਜੋ ਮੌਜੂਦਾ ਪ੍ਰਸਥਿਤੀਆਂ ਹੈਗੀਆਂ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ, ਇੱਕ ਪਾਸੇ ਜਿੱਦਾਂ ਡਾਕਟਰ ਮਿੱਤਰਾ ਦਾ ਕਹਿਣਾ ਹੈ ਕਿ ਬਹੁਤ ਵੱਡੀਆਂ ਚੁਣੌਤੀਆਂ ਹਸਪਤਾਲਾਂ ਦੇ ਲਈ ਵੀ ਤੇ ਮਰੀਜ਼ਾਂ ਦੇ ਲਈ ਵੀ, ਤੇ ਦੂਜੇ ਪਾਸੇ ਨੇਤਾਵਾਂ ਦੇ ਦਾਅਵੇ ਹੈ। ਇਹ ਸਾਰੀ ਸਥਿਤੀ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਡਾਕਟਰ ਬਾਵਾ?
ਹਾਂਜੀ ਜਗਤਾਰ ਜੀ, ਮੈਂ ਇੱਥੋਂ ਸਟਾਰਟ ਕਰਾਂਗਾ ਕਿ ਸਾਡੀ ਜਿਹੜੀ ਜੀ। ਮੇਨ ਪ੍ਰੋਬਲਮ ਮਿਸਟਰ ਮਿਤਰਾ ਨੇ ਵੀ ਰੇਜ਼ ਕੀਤੀ ਹੈ ਕਿ ਸਾਡੀ ਪੋਪੂਲੇਸ਼ਨ ਦਾ ਐਕਸਪਲੋਜਨ ਹੋ ਚੁੱਕਿਆ ਹੈ ਇਸ ਵੇਲੇ, ਔਰ ਕੋਈ ਵੀ ਪੋਲੀਟੀਸ਼ੀਅਨ ਪੋਪੂਲੇਸ਼ਨ ਐਕਸਪਲੋਜਨ ਨੂੰ ਐਡਰੈਸ ਕਰਨਾ ਨਹੀਂ ਚਾਹੁੰਦਾ। ਹੁਣ ਦੇਖੋ, ਮੈਂ ਅੰਮ੍ਰਿਤਸਰ ਜੀ। ਮੈਡੀਕਲ ਕਾਲਜ ਤੋਂ ਪੜ੍ਹਿਆ, 1983 ਵਿੱਚੋਂ ਪਾਸ ਆਊਟ ਕੀਤਾ ਮੈਂ। ਇਹ ਕਾਲਜਸ ਸਾਡੇ Okay. ਮੈਡੀਕਲ ਸਰਕਾਰੀ ਕਾਲਜ ਸੀ, ਪਟਿਆਲਾ ਸੀ, ਫਰੀਦਕੋਟ, ਅੰਮ੍ਰਿਤਸਰ, ਇਹ ਬੜੇ ਵਧੀਆ ਫੈਸਿਲਿਟੀ ਪ੍ਰੋਵਾਈਡ ਕਰਦੇ ਸੀ। ਇਸ ਵੇਲੇ ਤੁਸੀਂ ਉੱਥੇ ਜਾਓ, ਜੀ। ਵਾਰਡ ਸਾਰੇ ਬੰਦ ਹੈ, ਬੈੱਡ ਸਾਰੇ ਟੁੱਟੇ ਪਏ ਹੈ, ਮੈਟਰਸ ਸਾਰੇ ਫਟੇ ਪਏ ਹੈ। ਉਹਦੇ ਤੁਹਾਨੂੰ ਮਰੀਜ਼ਾਂ ਨੂੰ ਸਾਬੁਨ ਤੱਕ ਲਿਆਉਣਾ ਪੈਂਦਾ ਹੈ, ਪੱਟੀਆਂ ਤੱਕ ਲਿਆਉਣੀਆਂ ਪੈਂਦੀਆਂ, ਤੇ ਕਿਹੜਾ ਮਰੀਜ਼ ਉਸ ਸਾਲ ਜਾਏਗਾ? ਇਹ ਇੱਕ ਦਿਨ ਦੀ ਪ੍ਰੋਬਲਮ ਨਹੀਂ ਹੈ। तो कहने का भाव ये है कि this problem has been occurring for about 20-25 years और किसी ने इस ਡਾਕਟਰ ਬਾਵਾ ਮੈਂ ਤੁਹਾਨੂੰ ਡਾਕਟਰ ਬਾਵਾ ਸੌਰੀ ਮੈਂ ਤੁਹਾਨੂੰ ਵਿੱਚੋਂ ਟੋਕ ਰਿਹਾ। ਤੁਸੀਂ ਬਹੁਤ ਵੱਡੇ ਸਵਾਲ ਨੂੰ ਲੈ ਰਹੇ ਹੋ ਕਿ ਇਸ ਵੇਲੇ ਜਿਹੜਾ ਸਾਡਾ ਇਨਫਰਾਸਟ੍ਰਕਚਰ ਆ ਹਸਪਤਾਲਾਂ ਦਾ ਬਹੁਤ ਹੀ ਮੰਦਹਾਲੀ ਹਾਲਤ ਵਿੱਚੋਂ ਗੁਜ਼ਰ ਰਿਹਾ, ਤੇ ਕਿਵੇਂ ਅਸੀਂ ਐਡੀ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੇ ਹੋਵਾਂਗੇ। ਫਿਰ ਕਿੱਥੇ ਹੈ ਦਾਅਵੇ ਜਦੋਂ ਆਪਾਂ ਗੱਲ ਕਰਦੇ ਹਾਂ ਵੱਡੇ ਵੱਡੇ ਨੇਤਾਵਾਂ ਦੀ? ਬਹੁਤ ਵੱਡੀ ਤੁਸੀਂ ਇੱਕ ਅਸਲੀਅਤ ਸਾਹਮਣੇ ਰੱਖ ਰਹੇ ਹੋ। ਇਹ ਗਰਾਊਂਡ ਰਿਐਲਿਟੀ ਹੈ। ਅਸੀਂ ਲੋਕ ਆਪਸ ਚ ਇੰਨੇ ਸੀਨੀਅਰ ਡਾਕਟਰ ਜਿਹੜੇ ਸਾਰੇ ਅੰਮ੍ਰਿਤਸਰ ਪਟਿਆਲਾ ਤੋਂ ਪੜ੍ਹ ਕੇ ਨਿਕਲੇ ਆ, ਅਸੀਂ ਰੋਜ਼ ਇਹ ਗੱਲ ਕਰਦੇ ਆ ਕਿ ਭਾਈ ਇਹ ਹਸਪਤਾਲਾਂ ਦਾ ਕੁਝ ਹੋਣਾ ਚਾਹੀਦਾ ਹੈ। ਗੌਰਮੈਂਟ ਨੂੰ ਇਹਨਾਂ ਨੂੰ ਅਪਲਿਫਟ ਕਰਕੇ ਇਹਨਾਂ ਦਾ ਸਟੈਂਡਰਡ ਮੇਨਟੇਨ ਕਰੋ, ਤਾਂ ਕਿ ਜਿਹੜਾ ਗਰੀਬ ਹੈ, ਮਿਡਲ ਕਲਾਸ ਹੈ, ਲੋਅਰ ਮਿਡਲ ਕਲਾਸ ਹੈ, ਉਹ ਕਿੱਥੇ ਜਾਏ? ਪ੍ਰਾਈਵੇਟ ਹਸਪੀਟਲ ਉਹਦੇ ਵਾਸਤੇ ਆਊਟ ਆਫ ਰੀਚ ਹੈ। ਤੇ ਜਦ ਤੱਕ ਤੁਸੀਂ ਇਹ ਇਨਫਰਾਸਟ੍ਰਕਚਰ ਗਵਰਨਮੈਂਟ ਸੈਕਟਰ ਨਹੀਂ ਪ੍ਰੋਵਾਈਡ ਕਰੋਗੇ, ਇਹਦੇ ਵਿੱਚ ਫੰਡਿੰਗ ਨਹੀਂ ਕਰੋਗੇ, ਇਹ ਪੋਸੀਬਲ ਨਹੀਂ ਹੈ ਕਿ ਤੁਸੀਂ ਇਹ ਪ੍ਰੋਵਾਈਡ ਕਰ ਸਕੋ ਫੈਸਿਲਿਟੀ ਫॉर ਦਾ BPL, ਲੋਅਰ ਮਿਡਲ ਕਲਾਸ। ਹੁਣ ਦੇਖੋ ਤੁਸੀਂ, ਮਿਡਲ ਕਲਾਸ ਤੇ ਵੀ ਬੜਾ ਵੱਡਾ ਬੋਝ ਪੈ ਗਿਆ। ਇਹ ਜਿਹੜੇ ਪੈਂਡੈਮਿਕ ਆਇਆ ਹੈ, ਇਹਨੇ ਤੁਹਾਡੇ ਮਿਡਲ ਕਲਾਸ BPL ਵਾਲੇ ਤਾਂ ਰੋਟੀ ਨੂੰ ਪੈ ਗਏ ਹੈ, ਈਵਨ ਰੋਟੀ ਵਾਸਤੇ ਵੀ ਮੁਸ਼ਕਿਲ ਹੋ ਗਿਆ ਇਹਨਾਂ ਵਾਸਤੇ। तो सिचुएशन बड़ी डायर हो गई है और ये क्राइसिस ਜਿਹੜਾ ਸੀਗਾ ਇਹ ਕਿਸੇ ਵੇਲੇ ਕਦੋਂ ਵੀ ਆ ਸਕਦਾ ਹੈ। ਸੋ ਪ੍ਰੈਪਰੇਸ਼ਨ ਹਰ ਵੇਲੇ ਹੋਣੀ ਚਾਹੀਦੀ ਹੈ। ਇਹ ਪ੍ਰੈਪਰੇਸ਼ਨ ਇਹ ਨਹੀਂ ਹੈ ਕਿ ਤੁਸੀਂ ਤਿਆਰੀ ਕਰੋ ਜਦੋਂ ਕ੍ਰਾਈਸਿਸ ਆ ਜਾਵੇ। ਯੂ ਹੈਵ ਟੂ ਪ੍ਰਿਪੇਅਰ ਫॉर ਦਿਸ ਕ੍ਰਾਈਸਿਸ ਇਨ ਐਡਵਾਂਸ। ਉਹ ਬਦਕਿਸਮਤੀ ਨਾਲ ਸਾਡੇ ਕੋਈ ਪੋਲੀਟੀਸ਼ੀਅਨ ਇਹ ਮੁੱਦਾ ਐਡਰੈਸ ਨਹੀਂ ਕਰਨਾ ਚਾਹੁੰਦਾ, ਕੋਈ ਮੁੱਦਾ ਪੋਪੂਲੇਸ਼ਨ ਬਾਰੇ ਐਡਰੈਸ ਨਹੀਂ ਕਰਨਾ ਚਾਹੁੰਦਾ। ਤੇ ਇੰਨਾ ਇਨਫਰਾਸਟ੍ਰਕਚਰ ਤੁਸੀਂ ਜਦ ਤੱਕ ਨਹੀਂ ਪ੍ਰੋਵਾਈਡ ਕਰੋਗੇ ਕਿਸ ਤਰ੍ਹਾਂ ਹੋਏਗਾ? ਸੋ ਇਹ ਸਾਰੇ ਮੁੱਦੇ ਜਿਹੜੇ ਹੈ ਇਹ ਤੁਹਾਡੇ ਐਡਅਪ ਕਰ ਜਾਂਦੇ, ਪ੍ਰੋਬਲਮ ਜਿਹੜੀ ਹੈ ਉਹਨੂੰ ਵਧਾ ਦਿੰਦੇ ਹੈ। ਅਦਰਵਾਈਜ਼ ਸਮਾਲ ਕੰਟਰੀਜ਼ ਹੈ, ਉੱਥੇ ਤੁਸੀਂ ਦੇਖੋ ਨਿਊਜ਼ੀਲੈਂਡ ਵਿੱਚ ਅੱਜ ਦੀ ਕੇਸ 0 ਹੋ ਗਿਆ, ਕੇਸ ਤੁਹਾਡਾ ਵਾਇਰਸ ਦਾ ਕੇਸ 0 ਤੇ ਆ ਗਿਆ। ਉਹਨਾਂ ਨੇ ਮੈਨੇਜ ਕੀਤਾ ਪ੍ਰੋਪਰਲੀ, ਕੰਟਰੋਲ ਕੀਤਾ। ਸੋ ਨਾਓ ਦੇ ਆਰ ਫ੍ਰੀ। ਉੱਥੇ ਤੁਹਾਡੇ ਅੱਜ ਦੀ ਡੇਟ ਵਿੱਚ ਨੰਬਰ ਇਜ਼ 0। ਸੋ ਦੇਅਰ ਸਕੂਲਸ ਖੁੱਲਣ ਲੱਗੇ ਹੈ, ਉਹਨਾਂ ਦੇ ਰੈਸਟੋਰੈਂਟ, ਮਾਲ, ਸਾਰੀ ਚੀਜ਼ਾਂ ਓਪਨ ਹੈ, ਇੰਡਸਟਰੀ ਖੁੱਲ ਗਈ ਹੈ। ਸਾਡੀ ਇੰਡਸਟਰੀ ਬੜਾ ਹਿੱਟ ਹੋ ਗਈ ਹੈ, ਡਿਮਾਂਡ ਨਹੀਂ ਹੈ ਲੋਕਾਂ ਦੇ ਵਿੱਚ, ਕੰਜ਼ਿਊਮਰ ਵਿੱਚ ਕੌਨਫੀਡੈਂਸ ਨਹੀਂ ਹੈ, ਡਰ ਪੈਦਾ ਹੋਇਆ ਹੈ ਵਾਇਰਸ ਦਾ। ਕੋਈ ਘਰੋਂ ਬਾਹਰ ਨਹੀਂ ਨਿਕਲਦਾ ਵਾਇਰਸ ਦੇ ਡਰ ਦੇ ਬਾਰੇ। ਤੇ ਇੰਡਸਟਰੀ ਦਾ ਕੀ ਹੋਏਗਾ ਤੁਸੀਂ ਆਪੇ ਸੋਚ ਸਕਦੇ। ਬਹੁਤ ਵੱਡਾ ਸਵਾਲ। ਮੈਂ ਅੱਗੇ ਜਾਣ ਤੋਂ ਪਹਿਲਾਂ ਇੱਕ ਕੁਐਸਚਨ ਜਿਹੜਾ ਹੈਗਾ ਡਾਕਟਰ ਬਾਵਾ ਤੁਹਾਡੇ ਤੋਂ ਜ਼ਰੂਰ ਹੋਰ ਲੈਣਾ ਚਾਹੁੰਦਾ ਹੈ। ਜਿੱਦਾਂ ਤੁਸੀਂ ਸਮੇਂ ਦੀ ਗੱਲ ਕੀਤੀ ਹੈ, ਆਪਾਂ ਪੰਜਾਬ ਦੀ ਗੱਲ ਕਰ ਲਈਏ, ਨੈਸ਼ਨਲ ਲੈਵਲ ਤੇ ਵੀ ਚਲੋ ਇੱਕੋ ਗੱਲ ਹੈ। ਪਿਛਲੇ ਜਿਹੜੇ 4-5 ਮਹੀਨੇ ਨਿਕਲੇ ਆ, ਉਹਨਾਂ ਮਹੀਨਿਆਂ 'ਚ ਅਸੀਂ ਲੋਕਡਾਊਨ ਵੀ ਕੀਤਾ, ਅਸੀਂ ਪਾਬੰਦੀਆਂ ਵੀ ਲਾਈਆਂ, ਸਾਰਾ ਕੁਝ ਸਖਤੀਆਂ ਵੀ ਕੀਤੀਆਂ। ਉਹਦੇ ਬਾਵਜੂਦ ਵੀ ਜਿਹੜੀ ਸਰਕਾਰ ਇਹ ਦਾਅਵੇ ਕਰਦੀ ਸੀ ਕਿ ਅਸੀਂ ਹਸਪਤਾਲਾਂ ਦੇ ਲਈ ਇਨਫਰਾਸਟ੍ਰਕਚਰ, ਕੇਂਦਰ ਦੀ ਮੋਦੀ ਸਰਕਾਰ ਕਹਿੰਦੀ ਸੀ ਕਿ ਅਸੀਂ ਬੜੇ ਫੰਡਸ ਮੁਹੱਈਆ ਕਰਾਂਗੇ, ਸਟੇਟਾਂ ਦੀ ਮਦਦ ਕਰ ਰਹੇ ਹਾਂ। ਉਹ ਹੁਣ ਜਦੋਂ ਚੁਣੌਤੀ ਆ ਰਹੀ ਹੈ ਤਾਂ ਉਹ ਇਨਫਰਾਸਟ੍ਰਕਚਰ ਜਾਂ ਉਹ ਤਿਆਰੀਆਂ ਕਿਧਰੇ ਖੁਰਦ-ਬੁਰਦ ਹੁੰਦੀਆਂ ਨਜ਼ਰ ਆ ਰਹੀਆਂ ਹੈ, ਉਹ ਤਿਆਰੀਆਂ ਕਿਧਰੇ ਨਜ਼ਰ ਨਹੀਂ ਆ ਰਹੀਆਂ। ਡਾਕਟਰ ਬਾਵਾ, ਤੁਸੀਂ ਤਾਂ ਇਸ ਫੀਲਡ ਨਾਲ ਸਿੱਧੇ ਤੌਰ ਤੇ ਜੁੜੇ ਹੋ, ਕਿ ਇਹ ਦਾਅਵੇ ਸਿਰਫ ਅੱਖਾਂ ਪੁੰਨਣ ਲਈ ਕੀਤੇ ਗਏ? ਇਹ ਦਾਅਵੇ ਦਾ ਤੁਹਾਡੀ ਕੋਈ ਵੈਲਿਊ ਹੀ ਨਹੀਂ ਹੈ। ਤੁਹਾਡੇ ਸਾਹਮਣੇ ਹੈ ਸਿਚੁਏਸ਼ਨ ਜਿਹੜੀ ਹੈ। ਹੁਣ ਤੁਸੀਂ ਦੇਖੋ, ਜਿਹੜੇ ਤੁਹਾਡੇ ਇਹ ਪ੍ਰੋਬਲਮ, ਜਿਹੜੇ ਇਹ ਤੁਹਾਡੇ ਵਾਇਰਸ ਦੀ ਪ੍ਰੋਬਲਮ ਹੈ, ਜਿਹਦੇ ਕ੍ਰਿਟੀਕਲੀ ਇਲ ਪੇਸ਼ੈਂਟ ਹੈ, ਇਹਨਾਂ ਵਾਸਤੇ ਤੁਹਾਨੂੰ ICU ਚਾਹੀਦਾ। ICU ਦੇ ਵਿੱਚ ਤੁਹਾਨੂੰ ਵੈਂਟੀਲੇਟਰ ਦੇ ਬੈੱਡ ਚਾਹੀਦੇ।
ਉਹ ਬੜਾ ਮਹਿੰਗਾ ਜੀ। ਕੰਮ ਹੈ। ਉਹਦੇ ਵਿੱਚ ਬੜਾ ਇਨਫਰਾਸਟ੍ਰਕਚਰ, ਡਾਕਟਰ ਦੀ ਪ੍ਰੋਵੀਜ਼ਨ ਔਰ ਟ੍ਰੇਨਡ ਡਾਕਟਰ ਚਾਹੀਦਾ ਹੈ। ਉਹ ਬੜਾ ਮੁਸ਼ਕਿਲ ਕੰਮ ਹੈ। ਜਦ ਤੱਕ ਉਹਦੇ ਹੈਵੀ ਇਨਵੈਸਟਮੈਂਟ ਨਹੀਂ ਹੋਏਗੀ ਤੁਹਾਡਾ ਇਹ ਪੋਸੀਬਲ ਨਹੀਂ। ਤੁਸੀਂ ਦੇਖੋ ਨਿਊਯਾਰਕ ਦੇ ਵਿੱਚ ਜਦੋਂ ਇਹ ਵਾਇਰਸ ਫੈਲਿਆ ਹੈ, ਉੱਥੇ ਤੁਹਾਡੇ 40,000 ਵੈਂਟੀਲੇਟਰ ਉਹਨਾਂ ਨੇ ਇੱਕ ਸ਼ਹਿਰ ਵਾਸਤੇ ਪ੍ਰੋਵਾਈਡ ਕੀਤੇ। ਤੁਸੀਂ ਇੱਥੇ ਤਾਂ ਤੁਸੀਂ ਸ਼ਹਿਰ ਵਿੱਚ ਤੁਹਾਨੂੰ 50 ਨਹੀਂ ਮਿਲਦੇ। ਤੁਸੀਂ ਇੱਕ ਸ਼ਹਿਰ ਵਿੱਚ 50, ਜਿੱਥੇ ਤੁਸੀਂ ਦੇਖੋ ਉਹਨਾਂ ਨੇ 40,000 ਦਿੱਤੇ ਹੈ। ਸੋ ਅਸੀਂ ਤਾਂ ਬਹੁਤ ਵੱਡਾ ਗੈਪ ਹੈ। ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੈਗੀਆਂ, ਇਹਨੂੰ ਤੁਸੀਂ ਪ੍ਰੋਵਾਈਡ ਕਰਨ ਜਦੋਂ ਜਾਓ ਤੇ ਬੜਾ ਮੁਸ਼ਕਿਲ ਹੈ। ਜਿਹੜਾ VIP ਹੈ ਉਹਨੂੰ ਤਾਂ ਤੁਸੀਂ ਪ੍ਰੋਵਾਈਡ ਕਰ ਦਿੰਦੇ ਹੋ ਫੈਸਿਲਿਟੀ ਇਨ ਅ ਗੁੱਡ ਹਸਪੀਟਲ, ਪ੍ਰਾਈਵੇਟ ਹਸਪੀਟਲ। ਜਿਹੜਾ ਆਮ ਆਦਮੀ ਹੈ ਉਹ ਤੇ ਟੱਕਰਾਂ ਖਾ ਰਿਹਾ, ਉਹਨੂੰ ਕਿੱਥੇ ਫੈਸਿਲਿਟੀ ਹੈ? ਜੀ ਜੀ ਬਿਲਕੁਲ ਡਾਕਟਰ ਬਾਵਾ, ਥੈਂਕ ਯੂ ਵੈਰੀ ਮਚ। ਸਚਦੇਵਾ ਜੀ, ਜਿੱਦਾਂ ਤੁਸੀਂ ਮੈਡੀਕਲ ਖੇਤਰ ਦੀ ਹਾਲਤ ਸੁਣੀ ਹੈ, ਮੈਂ ਤੁਹਾਡੇ ਤੋਂ ਤੁਹਾਡੇ ਖੇਤਰ ਦੇ ਬਾਰੇ 'ਚ ਸਵਾਲ ਲੈਣਾ ਚਾਹੁੰਦਾ ਹਾਂ। ਜਦੋਂ ਲਾਕਡਾਊਨ ਹੋਇਆ ਉਸ ਤੋਂ ਬਾਅਦ ਜਦੋਂ ਹੌਲੀ ਹੌਲੀ ਜ਼ਿੰਦਗੀ ਓਪਨ ਹੋਈ, ਪ੍ਰਧਾਨ ਮੰਤਰੀ ਨੇ ਜਿੱਦਾਂ ਮੈਂ ਕਮੈਂਟਸ ਕੀਤੀ ਹੈ ਕਿ ਜਾਨ ਵੀ ਜਹਾਨ ਵੀ ਦਾ ਨਾਅਰਾ ਵੀ ਦਿੱਤਾ। ਕੀ ਤੁਹਾਡੀ ਇੰਡਸਟਰੀ, ਤੁਸੀਂ ਇੰਡਸਟਰੀ ਦਾ ਜਿਹੜਾ ਲੀਡਿੰਗ ਪੋਜੀਸ਼ਨ 'ਚ ਹੈਗੇ ਹੋ, ਇੰਡਸਟਰੀਸਾਂ ਨਾਲ ਤੁਹਾਡਾ ਹਰ ਜਵਾਹ ਪੈਂਦਾ ਹੈ, ਡਿਸਕਸ਼ਨਸ ਹੁੰਦੀਆਂ, ਕੀ ਜਿਹੜਾ ਹੈਗਾ ਇੰਡਸਟਰੀ ਇਸ ਵੇਲੇ ਮੌਜੂਦਾ ਪ੍ਰਸਥਿਤੀਆਂ 'ਚ ਸਰਵਾਈਵ ਕਰ ਰਹੀ ਹੈ? ਕਿਉਂਕਿ ਦਾਅਵੇ ਇੱਥੇ ਵੀ ਬਹੁਤ ਵੱਡੇ ਹੈ। ਇਹ ਕਿਹਾ ਜਾ ਰਿਹਾ ਹੈ ਕਿ ਅਸੀਂ 100 ਲੱਖ ਕਰੋੜ ਜਿਹੜਾ ਹੈਗਾ, ਪ੍ਰਧਾਨ ਮੰਤਰੀ ਨੇ ਕਿਹਾ ਕਿ 700 ਜਿਹੜੇ ਪ੍ਰੋਜੈਕਟ ਹੈ ਉਹਨਾਂ ਦੇ ਲਈ ਅਸੀਂ ਜਿਹੜਾ ਪ੍ਰੋਜੈਕਟ ਕਰ ਰਹੇ ਹਾਂ, ਪੈਸਾ ਲਿਆ ਰਹੇ ਹਾਂ। ਕੀ ਪੋਜੀਸ਼ਨ ਹੈ? ਕਿੱਦਾਂ ਦੇਖਦੇ ਹੋ ਗਰਾਊਂਡ ਰਿਐਲਿਟੀ ਦੇ ਉੱਤੇ ਕਿੱਦਾਂ ਦੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਚਦੇਵਾ ਜੀ? ਸਰ, ਜਿਹੜਾ ਇਹ 2020 ਹੈ, ਸਭ ਨੂੰ ਪਤਾ ਹੀ ਹੈ ਕਿ ਬੜਾ ਹੀ ਡਿਫਿਕਲਟ ਈਅਰ ਚੱਲ ਰਿਹਾ। ਔਰ ਇਹ ਕਹਿਣਾ ਕਿ ਗਵਰਨਮੈਂਟ ਵੱਲੋਂ ਕੋਈ ਸਪੋਰਟ ਆ ਗਈ ਹੈ ਤੇ ਉਹਦੇ ਨਾਲ ਇੰਡਸਟਰੀ ਜਿਹੜੀ ਉਹ ਚੱਲ ਜਾਏਗੀ, ਅਲਟੀਮੇਟਲੀ ਗਵਰਨਮੈਂਟ ਨੇ ਬੜੇ ਸਿਆਣੇ ਤਰੀਕੇ ਦੇ ਨਾਲ ਜਿਹੜੇ ਕੁਝ ਪੈਸੇ ਤੁਹਾਨੂੰ ਤੁਹਾਡੀ ਵਰਕਿੰਗ ਕੈਪੀਟਲ ਦੇ ਲੋਨ ਦੇ ਅਗੇਂਸਟ 20% ਜਿਨ੍ਹਾਂ ਨੂੰ ਦਿੱਤਾ ਵੀ ਹੈ, ਉਹ ਉਹਨਾਂ ਨੂੰ ਇੱਕ ਤੇ ਉਹਨਾਂ ਦੇ ਉੱਪਰ ਭਾਰ ਚੜ ਗਿਆ, ਉਹਨਾਂ ਦੇ ਉੱਪਰ 20% ਦਾ ਲੋਨ ਵੱਧ ਗਿਆ। ਦੂਸਰਾ, ਉਹ 20% ਦਾ ਲੋਨ ਸਮਝੋ ਜਿਹੜੇ 5 ਮਹੀਨੇ ਹੋ ਗਏ ਬੰਦ ਹੋਇਆ, ਉਹਦੇ ਵਿੱਚ ਉਹਨਾਂ ਦੇ ਜਿਹੜੇ ਪਹਿਲੇ 3 ਮਹੀਨੇ ਸੀਗੇ ਉਹਦੇ ਵਿੱਚ ਉਹਨਾਂ ਦੇ ਜਿਹੜੇ ਫਿਕਸ ਐਕਸਪੈਂਸਿਸ ਸੀ ਉਹਦੇ 'ਚ ਆਲਮੋਸਟ ਉਹ ਚੀਜ਼ਾਂ ਖਤਮ ਹੋ ਗਈਆਂ, ਉਹ ਪੈਸੇ ਖਤਮ ਹੋ ਗਏ, ਲੱਗ ਗਏ, ਕਿਉਂਕਿ ਉਹ ਲਾਸ ਇੰਨਾ ਜ਼ਿਆਦਾ ਹੈਗਾ 3-4 ਮਹੀਨਿਆਂ ਦਾ। ਸੋ ਅਲਟੀਮੇਟਲੀ ਉਹ ਜਿਹੜੇ ਪੈਸੇ 20% ਜਿਨ੍ਹਾਂ ਨੂੰ ਮਿਲਿਆ ਹੈ ਉਹ ਉਹਨਾਂ ਦੇ ਲੋਨ ਚੜ ਗਿਆ, ਲੇਕਿਨ ਉਹ ਘਾਟੇ ਅੰਦਰੋਂ ਅੰਦਰ ਪੈ ਗਏ। ਲੇਕਿਨ ਉਹਨਾਂ ਦਾ ਕੰਮ ਇੱਕ ਤਰ੍ਹਾਂ ਦਾ ਇਸ ਵੇਲੇ ਵਰਕਿੰਗ ਦੇ ਵਿੱਚ ਥੋੜ੍ਹਾ ਬਹੁਤ ਰਿੜ ਰਿਹਾ, ਚੱਲ ਰਿਹਾ। ਸਿਚੁਏਸ਼ਨ ਇਹ ਹੈ ਕਿ ਇਸ ਟਾਈਮ ਨਾ ਤੇ ਗੌਰਮੈਂਟ ਕੋਲ ਕੋਈ ਚਾਰਾ ਤੇ ਨਾ ਇੰਡਸਟਰੀ ਕੋਲ ਤੇ ਨਾ ਕਿਸੇ ਕਾਮਨ ਮੈਨ ਕੋਲ ਕਿ ਇਹਨੂੰ ਅਸੀਂ ਕਿਸ ਤਰ੍ਹਾਂ ਅੰਦਰ ਰਹਿ ਕੇ ਗੁਜ਼ਾਰਾ ਕਰੀਏ ਜਾਂ ਇਹਨੂੰ ਕਿੱਦਾਂ ਅਵੋਇਡ ਕਰੀਏ। ਸੋ ਜਿਹੜੀ ਅਸੀਂ ਪ੍ਰੀਕਾਸ਼ਨਸ ਨੇ ਜੇ ਉਹ ਨਹੀਂ ਲੈ ਰਹੇ, ਸੋਸ਼ਲ ਡਿਸਟੈਂਸਿੰਗ ਇੰਡਸਟਰੀ ਦੇ ਵਿੱਚ ਬਹੁਤ ਮੁਸ਼ਕਿਲ ਹੋਣੀ। ਹੁਣ ਅਸੀਂ ਡਾਕਟਰ ਸਾਹਿਬ ਬੈਠੇ ਨੇ, ਅਸੀਂ ਇਹਨਾਂ ਕੋਲ ਵੀ ਜਾਂਦੇ ਹਾਂ, ਕਈ ਨੋਰਮਸ ਅਡਾਪਟ ਕਰਨੇ ਆ, ਪਰ ਹਰ ਆਦਮੀ ਨਹੀਂ ਕਰ ਸਕਦਾ। ਅਸੀਂ ਇੰਡਸਟਰੀਆਂ ਦੇ ਵਿੱਚ ਵੀ ਜਿਹੜੇ ਜੇ ਇੱਕ ਨਾਲ ਵਰਕਰ ਨੇ ਦੂਸਰੇ ਦੇ ਨਾਲ ਕੰਮ ਕਰਨਾ ਤੇ ਉਹਨੂੰ ਵੀ ਇਹ ਬਿਲਕੁਲ ਕੋਲ ਰਹਿ ਕੇ ਕਰਨਾ ਪਏਗਾ। ਸੋ ਸਿਚੁਏਸ਼ਨ ਬਹੁਤ ਡਿਫਿਕਲਟ, ਬਹੁਤ ਔਖੀ, ਔਰ ਮੈਂ ਕਹਾਂਗਾ ਕਿ ਇਸ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਹੈ ਔਰ ਇਹਦੇ ਤੋਂ ਬਿਨਾਂ ਅਸੀਂ ਇਹਦੇ ਨਾਲ ਚੱਲ ਰਹੇ ਹਾਂ। ਕਿੰਨੀ ਦੇਰ ਇਹਦੇ ਨਾਲ ਚੱਲਾਂਗੇ ਕਹਿਣਾ ਬਹੁਤ ਮੁਸ਼ਕਿਲ ਹੈ। ਜਿੱਥੋਂ ਤੱਕ ਜੀ ਮੈਂ ਦੋ ਬੜੇ ਮਹਾਨ ਡਾਕਟਰ ਬੈਠੇ ਹਾਂ ਵਿੱਚ, ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਬੜੀ ਇੱਕ ਰਿਊਮਰ ਹੈ ਕਿ ਸੈਂਟਰਲ ਗਵਰਨਮੈਂਟ ਜਾਂ WHO ਤੋਂ ਸਟੇਟ ਗਵਰਨਮੈਂਟਸ ਨੂੰ ਕੁਝ ਫੰਡ ਮਿਲ ਰਹੇ ਹੈ, ਪਰ ਪੇਸ਼ੈਂਟ ਫੰਡ ਮਿਲਦੇ ਹੈ, ਤੇ ਕਿਆ ਇਹ ਵੀ ਇੱਕ ਚੱਲ ਰਹੀ ਹੈ ਗੇਮ ਪਲਾਨ ਕਿ ਵੀ ਜਿਹੜੇ ਵੀ ਕੋਈ ਕੋਵਿਡ ਟੈਸਟ ਕਰਾਉਂਦੇ ਆ ਉਹਨਾਂ ਦਾ ਕਾਫੀ ਜ਼ਿਆਦਾ, ਜੇ ਨਾ ਵੀ ਹੋਵੇ ਪੋਜ਼ੀਟਿਵ ਡਿਕਲੇਅਰ ਕੀਤਾ ਜਾਂਦਾ ਹੈ, ਉਹਨਾਂ ਨੂੰ ਲਿਸਟ 'ਚ ਲਿਆਇਆ ਜਾਂਦਾ ਹੈ, ਉਹਨਾਂ ਨਾਲ ਡਾਟਾ ਬਣਦਾ ਹੈ, ਉਹਦੇ ਨਾਲ ਕੁਝ ਪੈਸੇ ਸਟੇਟ ਗਵਰਨਮੈਂਟ ਨੂੰ ਮਿਲਦੇ ਆ। ਇਹ ਵੀ ਇੱਕ ਰਿਊਮਰ ਚੱਲ ਰਹੀ ਹੈ। ਇਹਦੇ ਵਾਸਤੇ ਮੈਂ ਤੁਹਾਡੇ ਥਰੂ ਸਵਾਲ ਪੁੱਛਣਾ ਚਾਹਾਂਗਾ। ਜੀ ਸਚਦੇਵਾ ਜੀ, ਬਹੁਤ ਅਹਿਮ ਗੱਲ ਤੁਸੀਂ ਕੀਤੀ ਹੈ। ਜਿਹੜਾ ਤੁਸੀਂ ਸਵਾਲ ਲੈ ਰਹੇ ਹੋ, ਤੁਸੀਂ ਨਹੀਂ ਲੈ ਰਹੇ, ਪੰਜਾਬ ਦੇ ਖਾਸ ਉੱਤੇ ਰੂਰਲ ਏਰੀਆ ਦੇ 'ਚ ਇਹ ਸਵਾਲ ਬਹੁਤ ਹੀ ਭਾਰੂ ਹੈ। ਜਿਹੜਾ ਮੈਂ ਧੰਨਵਾਦੀ ਹਾਂ ਤੁਹਾਡਾ, ਤੁਸੀਂ ਇਹ ਸਵਾਲ ਨੂੰ ਉਠਾ ਰਹੇ ਹੋ, ਪਰ ਆਪਣੀ ਮਜਬੂਰੀ ਹੈ ਹੁਣ ਇੱਕ ਬ੍ਰੇਕ ਦੀ। ਆਪਾਂ ਲੈਣਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਇਹਨਾਂ ਹੀ ਮੁੱਦਿਆਂ 'ਤੇ ਆ ਰਹੇ ਹਾਂ ਵਾਪਸ। ਸਾਡੇ ਨਾਲ ਆਪਾਂ ਆਪਣੇ ਖੇਤਰਾਂ ਦੇ, ਚਾਹੇ ਕੱਲ੍ਹ ਮੈਡੀਕਲ ਲਾਈਨ ਦੀ ਗੱਲ ਕਰ ਲਈਏ, ਚਾਹੇ ਇੰਡਸਟਰੀ ਦੀ ਗੱਲ ਕਰ ਲਈਏ,
ਕਥਾਵਾਰ ਸਾਡੇ ਮਹਿਮਾਨ ਹੈ, ਉਹਨਾਂ ਨਾਲ ਲਵਾਂਗੇ ਸਵਾਲ ਆਪਾਂ ਬ੍ਰੇਕ ਦੇ ਬਾਅਦ। ਨਜ਼ਰੀਏ ਦੀ ਟੀਵੀ ਦਰਸ਼ਕਾਂ ਦਾ ਸਵਾਗਤ। ਡਾਕਟਰ ਮਿੱਤਰਾ, ਮੈਂ ਕੌਮੀ ਪੱਧਰ ਤੇ ਜਿਹੜੀਆਂ ਪ੍ਰਸਥਿਤੀਆਂ ਕਰੋਨਾ ਮਹਾਮਾਰੀ ਨੂੰ ਲੈ ਕੇ ਉਹਦੇ ਬਾਰੇ ਵੀ ਸਵਾਲ ਕਰਾਂਗਾ। ਜਿੱਦਾਂ ਦੀ ਸਥਿਤੀ ਬਣੀ ਵੀ ਹੈ ਕਿ 50,000 ਤੋਂ ਉੱਪਰ ਮੌਤਾਂ ਹੋ ਚੁੱਕੀਆਂ, 26 ਲੱਖ ਤੋਂ ਉੱਪਰ ਜਿਹੜਾ ਮਰੀਜ਼ਾਂ ਦਾ ਅੰਕੜਾ ਪਾਰ ਕਰ ਚੁੱਕਾ ਹੈ। ਹਰ ਰੋਜ਼ ਜਿਹੜਾ ਹੈਗਾ 900,000 ਜਿਹੜੇ ਹੈਗੇ ਲੋਕ ਆਪਣੀ ਜਾਨ ਤੋਂ ਹੱਥ ਧੋ ਰਹੇ ਹੈ। ਦੂਜੇ ਪਾਸੇ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਨੇ ਆਪਣੇ ਅੰਦਾਜ਼ ਦੇ ਵਿੱਚ ਕਿਹਾ ਹੈ ਕਿ ਆਤਮ ਨਿਰਭਰ ਭਾਰਤ ਆਪਾਂ ਬਣਾਉਣਾ ਹੈ। ਇਹਨਾਂ ਪ੍ਰਸਥਿਤੀਆਂ ਦੇ ਵਿੱਚ ਸਚਦੇਵਾ ਜੀ ਜਿਹੜੇ ਇੰਡਸਟਰੀ ਨੂੰ ਲੀਡ ਕਰਦੇ ਆ, ਉਹਨਾਂ ਨੇ ਇੱਕ ਸਵਾਲ ਵੀ ਕੀਤਾ ਹੈ। ਇਹ ਬਹੁਤ ਵੱਡਾ ਸਵਾਲ ਹੈ ਸਾਰੇ ਪੰਜਾਬ ਦੇ ਅੰਦਰ, ਖਾਸ ਤੌਰ 'ਤੇ ਰੂਰਲ ਏਰੀਆ 'ਚ ਜਿਹੜਾ ਇਹ ਫੈਲਿਆ ਹੋਇਆ ਹੈ ਕਿ ਜਦੋਂ ਕਰੋਨਾ ਪੇਸ਼ੈਂਟ ਨੂੰ ਆਪਾਂ ਅਟੈਂਡ ਕਰਦੇ ਹਾਂ, ਉਸ ਦਾ ਗਵਰਨਮੈਂਟ ਵੱਲੋਂ ਕੋਈ ਉੱਪਰੋਂ ਜਿਹੜਾ ਹੈਗਾ ਫੰਡ ਮਿਲਦਾ, ਪੈਸਾ ਮਿਲਦਾ ਹੈ, ਇਸ ਕਰਕੇ ਅੰਕੜੇ ਵਧਾਏ ਜਾ ਰਹੇ। ਅਸਲ 'ਚ ਬਿਮਾਰੀ ਇੰਨੀ ਜ਼ਿਆਦਾ ਨਹੀਂ ਹੈ। ਇਹਨਾਂ ਮੁੱਦਿਆਂ 'ਤੇ ਮੈਂ ਤੁਹਾਡਾ ਜਵਾਬ ਡਾਕਟਰ ਮਿੱਤਰਾ ਲਵਾਂਗਾ, ਫਿਰ ਅੱਗੇ ਡਾਕਟਰ ਬਾਵਾ ਨਾਲ ਇਹਨਾਂ ਮਾਮਲੇ 'ਤੇ ਆਪਾਂ ਕਰਾਂਗੇ ਚਰਚਾ। ਮਿੱਤਰਾ ਜੀ, ਦੇਖੋ, ਇਹ ਅਫਵਾਹਾਂ ਕਿਵੇਂ ਫੈਲਦੀਆਂ ਮੈਨੂੰ ਨਹੀਂ ਪਤਾ, ਪਰ ਕੇਸ ਤੇ ਵਧ ਹੀ ਰਹੇ ਹੈ। ਇਹ ਗੱਲ ਨਹੀਂ, ਪੇਂਡੂ ਖੇਤਰ 'ਚ ਹਾਲੇ ਕੇਸ ਨਹੀਂ ਹੈ, ਨਾ ਹੋਣ ਮੇਰੀ ਇੱਛਾ ਹੈ, ਪਰ ਮੇਰੀ ਇੱਛਾ ਨਾਲ ਤੇ ਨਹੀਂ ਨਾ ਚੱਲਣਾ। ਪੇਂਡੂ ਖੇਤਰ 'ਚ ਵੀ ਕੱਲ੍ਹ ਨੂੰ ਜੇ ਕੇਸ ਵੱਧ ਗਏ, ਪਹਿਲੇ ਅਸੀਂ ਕਹਿੰਦੇ ਸੀ ਪੰਜਾਬ 'ਚ ਨਹੀਂ ਹੈ, ਹੁਣ ਪੰਜਾਬ 'ਚ ਵੀ ਹੋ ਗਏ। ਬਿਹਾਰ ਵਿੱਚ ਕਹਿੰਦੇ ਸੀ ਬਿਹਾਰ 'ਚ ਕੋਈ ਕੇਸ ਨਹੀਂ, ਹੁਣ ਬਿਹਾਰ 'ਚ ਹੋ ਗਏ। ਕੱਲ ਮੇਰੀ ਮਣੀਪੁਰ 'ਚ ਗੱਲ ਹੋਈ, ਉਹ ਕਹਿੰਦੇ ਕਿ ਜੀ ਸਾਡੇ ਤੇ ਪਿੰਡਾਂ 'ਚ ਬੜੇ ਕੇਸ ਨੇ। ਮੇਰੇ ਕੋਲੀਗ ਡਾਕਟਰ ਹੈ ਉੱਥੇ, ਕੋਈ ਨਾਲ ਗੱਲ ਹੋਈ। ਸੋ ਇਹ ਨਹੀਂ ਗੱਲ ਪਿੰਡਾਂ 'ਚ ਨਾ ਜਾਣ ਕੇ ਸਾਨੂੰ ਖੁਸ਼ੀ ਹੋਏਗੀ, ਕਿਉਂਕਿ ਇੱਕੋ ਹੀ ਸਾਡਾ ਖੇਤਰ ਬਚਿਆ ਹੈ, ਉਹ ਹੈ ਖੇਤੀਬਾੜੀ ਖੇਤਰ। ਅੱਜ ਉਹਦੇ ਸਿਰ ਤੇ ਅੱਜ ਮੁਲਕ ਖੜਾ ਹੈ ਥੋੜਾ ਬਹੁਤ। ਅੱਜ ਜੋ ਸਾਡੀ ਆਰਥਿਕਤਾ, ਜੇ ਉੱਥੇ ਵੀ ਇਹ ਕੇਸ ਫੈਲ ਗਏ ਤੇ ਉਸ ਮੁਸ਼ਕਿਲ ਖੜੀ ਹੋ ਜਾਏਗੀ। ਇਹ ਗੱਲ ਤੇ ਦੂਜੀ ਗੱਲ ਇਹ ਹੈ ਕਿ ਵੀ ਕੇਸ ਤੇ ਯਾਨੀ ਵੱਧ ਰਹੇ ਹਨ। ਮੈਂ ਦੇਖ ਰਿਹਾ ਸੀ ਅੱਜ ਡਾਟਾ ਕਿ ਇੱਕ ਸਵਾਲ ਸਾਰੇ ਦੱਖਣੀ ਏਸ਼ੀਆ ਦਾ ਨਾ, ਅਸੀਂ ਹੁਣ ਇਸ ਖਿੱਤੇ 'ਚ ਇੱਕੋ ਵਰਗੇ ਹੀ ਲੋਕ ਆ, ਭਾਵੇਂ ਪਾਕਿਸਤਾਨ ਹੋਵੇ ਭਾਵੇਂ ਬੰਗਲਾਦੇਸ਼, ਸਾਡੀ ਇੱਕੋ ਜਿਹੀ ਆਰਥਿਕਤਾ ਹੈ, ਇੱਕੋ ਹੀ ਸਾਡੀ ਕੌਮ ਹੈ, ਸਾਡੇ ਬਾਡੀ ਸਟਰਕਚਰ ਇੱਕੋ ਹੀ ਹੈ, ਸਭ ਕੁਝ ਸਿਰਫ ਇਹ ਤੇ ਲਾਈਨਾਂ ਉਂਝ ਅਸੀਂ ਲਗਾਈਆਂ ਹੋਈਆਂ ਨੇ ਨਾ, ਅਦਰਵਾਈਜ਼ ਸਾਰੇ ਆਪਾਂ ਤੇ ਹਾਂ, ਇਹ ਤਾਂ ਮਨੁੱਖ ਦੀਆਂ ਖਿੱਚੀਆਂ ਹੋਈਆਂ ਲਾਈਨਾਂ ਹੈ। ਇਹ ਸਾਰੇ ਸਾਡੇ ਦੇਸ਼ਾਂ 'ਚ ਮ੍ਰਿਤੂ ਦਰ ਰਿਲੇਟਿਵਲੀ ਘੱਟ ਹੈ। ਇਹ ਸਵਾਲ ਇਹ ਕਿਉਂ ਹੈ, ਇਹਦੇ ਬਾਰੇ ਤੇ ਰਿਸਰਚ ਕਰਨ ਤੇ ਪਤਾ ਲੱਗੇਗਾ ਹੌਲੀ ਹੌਲੀ ਕਿ ਵੀ ਮ੍ਰਿਤੂ ਦਰ ਸਾਊਥ ਏਸ਼ੀਆ 'ਚ ਉਨੀ ਨਹੀਂ ਹੈ ਜਿੰਨੀ ਯੂਰਪ ਜਾਂ ਅਮਰੀਕਾ 'ਚ ਹੋਈ। ਸਾਡੇ ਦੇਸ਼ 'ਚ ਮ੍ਰਿਤੂ ਦਰ ਹੈ 1.9%, 1.92%। ਪਾਕਿਸਤਾਨ 'ਚ ਹੈ 2.2%, ਬੰਗਲਾदेश 'ਚ ਹੈ 1.3%, ਨੇਪਾਲ 'ਚ ਹੈ 0.3%, ਸਾਡੇ ਨਾਲ ਗਰੀਬ ਮੁਲਕ ਹੈ ਉਹ, ਤੇ ਸ਼੍ਰੀਲੰਕਾ 'ਚ 0.38%। ਇਹ ਮੈਂ ਹੁਣੇ ਡਾਟਾ ਕੱਢਿਆ ਸਾਰਾ। ਤੇ ਇਹ ਮਤਲਬ ਕਿ ਸਾਨੂੰ ਦੱਖਣੀ ਏਸ਼ੀਆ ਦੇ ਮੁਲਕਾਂ ਨੂੰ ਆਪਸ 'ਚ ਮਿਲਵਰਤਨ ਵਧਾਉਣੀ ਚਾਹੀਦੀ ਹੈ। WHO ਠੀਕ ਹੈ, ਉਹ ਇੱਕ ਸਾਡੀ ਇੱਕ ਵਿਸ਼ਵ ਵਿਆਪੀ ਸੰਸਥਾ ਹੈ, ਪਰ ਅਸੀਂ ਆਪਸ 'ਚ ਮਿਲਵਰਤਨ ਵਧਾਈਏ, ਇੱਕ ਦੂਸਰੇ ਤੋਂ ਸਿੱਖੀਏ। ਸ਼੍ਰੀਲੰਕਾ 'ਚ ਕਿਉਂ ਇੰਨੀ ਘੱਟ ਹੈ, ਤੇ ਨੇਪਾਲ ਦੇ ਤੇ ਹੈਲਥ ਕੇਅਰ ਸਿਸਟਮ ਕੋਈ ਇੰਨਾ ਵਧੀਆ ਨਹੀਂ ਹੈ, ਉੱਥੇ ਕਿਉਂ ਘੱਟ? ਸ਼੍ਰੀਲੰਕਾ ਤਾਂ ਆਪਾਂ ਮੰਨਦੇ ਹਾਂ ਵੀ ਕਾਫੀ ਐਡਵਾਂਸਡ ਹੈ ਹੈਲਥ ਕੇਅਰ ਸਿਸਟਮ ਦੇ ਹਿਸਾਬ ਨਾਲ। ਉੱਥੇ ਨੰਬਰ ਆਫ ਕੇਸਿਸ ਹੁਣ ਤੱਕ ਸਾਰਾ 2890 ਕੇਸ ਹੋਇਆ 15 ਅਗਸਤ ਤੱਕ, ਉਹਨਾਂ 'ਚੋਂ ਸਾਰੀਆਂ 11 ਮੌਤਾਂ ਹੋਈਆਂ। ਇਸ ਕਰਕੇ ਮਤਲਬ ਉਹਨਾਂ ਨੇ ਸਾਂਭਿਆ। ਸਰ ਮੈਂ ਵਿੱਚੋਂ ਟੋਕ ਕੇ ਇੱਕ ਸਵਾਲ ਲੈਣਾ ਚਾਹਾਂਗਾ। ਬਿਲਕੁਲ ਜਦੋਂ ਤੁਸੀਂ ਕਹਿ ਰਹੇ ਹੋ ਕਿ ਮੌਤ ਦਰ ਜਿਹੜੀ ਹੈਗੀ ਦੱਖਣੀ ਏਸ਼ੀਆ 'ਚ ਘੱਟ ਹੈ, ਫਿਰ ਇਹਦੇ ਬਾਰੇ ਭਾਰਤ ਦਾ ਇਕੱਲੇ ਦਾ ਆਪਣਾ ਦਾਅਵਾ ਤਾਂ ਕੋਈ ਅਰਥ ਨਹੀਂ ਰੱਖਦਾ ਨਾ। ਇਹ ਕਹਿੰਦੇ ਕਿ ਭਾਰਤ ਦੇ ਵਿੱਚ ਅਸੀਂ ਜਿਹੜਾ ਮੌਤ ਦਰ ਜਿਹੜੀ ਹੈਗੀ ਹੈ ਕਿ ਇਲਾਜ ਬਿਹਤਰ ਹੈ, ਕੰਟਰੋਲ ਕੀਤਾ ਹੋਇਆ ਹੈ। ਜੇ ਨੇਪਾਲ ਦੀ ਗੱਲ ਕਰਦੇ ਹੋ, ਲੰਕਾ ਦੀ ਗੱਲ ਕਰਦੇ ਹੋ, ਦੂਜੇ ਨਾਲ ਗੁਆਂਢੀ ਮੁਲਕਾਂ ਦੀ ਗੱਲ ਕਰਦੇ ਹੋ, ਤਾਂ ਫਿਰ ਭਾਰਤ ਦੀ ਕੋਈ ਵੱਖਰੀ ਦਾਅਵੇਦਾਰੀ ਨਹੀਂ। ਫਿਰ ਤਾਂ ਇਸ ਖੇਤਰ ਦਾ ਵਾਤਾਵਰਨ ਜਾਂ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਾਡੇ ਜੀਨ ਜਾਂ ਜੋ ਵੀ ਖੋਜ 'ਚ ਸਾਹਮਣੇ ਆਏਗਾ, ਇਹ ਸਾਰੇ ਦੱਖਣੀ ਏਸ਼ੀਆ ਦੀ ਸੇਮ ਸਥਿਤੀ ਹੈ। ਭਾਰਤ ਦੀ ਕੋਈ ਆਪਣੀ ਦਾਅਵੇਦਾਰੀ ਨਾ ਰਹੀ ਫਿਰ ਇਸ ਖੇਤਰ ਦੀ। नहीं, सारे दक्षिणी एशिया की कोई स्थिति है, सारे डेवलपिंग कंट्रीज की इनफैक्ट स्थिति काफ़ी हद तक ये है। लेकिन असी हुण दक्षिण एशिया की गल बारे सारा जो सूचना भी सानू ज़्यादा होनी चाहिए है, सानू ते साडा इंटरस्ट भी उहदे 'च होना चाहिए, प्राइमरी इंटरस्ट जो साडा मुढ़ला जो साडी दिलचस्पी है। सो ये कल्ले साडे मुल्क की गल नहीं है, सारे दक्षिणी एशिया 'च मिलदा जुलदा है, बल्कि श्रीलंका तो साडे तो किते चंगा है, सानू सीखना चाहिए। श्रीलंका ने अपनी सेहत सेवावां नूं शुरू तो ही बड़ा वधिया है, ਉੱਥੇ ਲਿਟਰੇਸੀ ਰੇਟ ਹੀ ਇੰਨਾ ਜ਼ਿਆਦਾ ਹੈ ਕਿ ਲੋਕ ਸਮਝਦਾਰ ਹੈ। ਬੜਾ ਫਰਕ ਪੈਂਦਾ ਇਸ ਗੱਲ ਦਾ। ਉਨੀ ਜੋ ਪਾਵਰਟੀ ਹੰਗਰ ਇੰਡੈਕਸ ਉਹਨਾਂ ਉੱਥੇ ਮਾੜਾ ਨਹੀਂ ਹੈ, ਹਿਊਮਨ ਡਿਵੈਲਪਮੈਂਟ ਇੰਡੈਕਸ ਵੀ ਸਾਡੇ ਤੋਂ ਅੱਛਾ ਹੈ, ਤੇ ਇਸ ਕਰਕੇ ਉਹਨਾਂ ਨੇ ਕਾਫੀ ਹੱਦ ਤੱਕ ਇਹ ਸਾਂਭਿਆ।
ਪਿੱਛੇ ਜੇ ਸਾਡੇ ਇੱਕ ਵੈਬੀਨਾਰ ਹੋਇਆ ਸੀ ਸਾਊਥ ਏਸ਼ੀਆ ਦੇ ਡਾਕਟਰਾਂ ਦਾ, ਉਹਦੇ ਵਿੱਚ ਵੀ ਇਹ ਗੱਲ ਆਈ। ਉੱਥੇ ਹੀ ਸਾਨੂੰ ਉਸ ਡਾਕਟਰ ਨੇ ਦੱਸਿਆ ਕਿ ਸਾਡੇ 2890 ਕੇਸ ਨੇ। ਮੈਂ ਅੱਜ ਫਿਰ ਇੰਟਰਨੈਟ ਤੇ ਵੀ ਲੱਭਿਆ, ਜੋ ਉਹਨੇ ਫਿਗਰ ਦਿੱਤੀ ਸੀ ਪਰਸੋਂ ਚੌਥੇ ਦੀ ਗੱਲ ਹੈ, ਉਹੀ ਫਿਗਰ ਅੱਜ ਸਟੈਂਡ ਕਰਦੀ ਹੈ। ਉਹਨਾਂ ਨੇ ਕਾਫੀ ਕੰਟਰੋਲ ਕੀਤਾ। ਅਸੀਂ ਵੀ ਵਿਸ਼ ਕਿ ਕੰਟਰੋਲ ਹੀ ਰਹੇ, ਉੱਥੇ ਵੀ ਕੰਟਰੋਲ ਰਹੇ ਤੇ ਸਾਡੇ ਵੀ ਕੰਟਰੋਲ ਹੋਏ। ਸਾਨੂੰ ਆਪਣੀਆਂ ਪ੍ਰਾਥਮਿਕਤਾਵਾਂ ਨੂੰ ਬਦਲਣਾ ਪਏਗਾ। ਸਾਡੀਆਂ ਪ੍ਰਾਥਮਿਕਤਾਵਾਂ ਕੀ ਹੋਣ, ਉਹ ਸਾਨੂੰ ਸੋਚਣਾ ਪਏਗਾ ਕਿ ਹੈਲਥ ਤੇ ਐਜੂਕੇਸ਼ਨ ਤੇ ਇਨਵੈਸਟਮੈਂਟ ਵਧਾਉਣੀ ਪਏਗੀ। ਮਹਾਮਾਰੀ ਅੱਜ ਇਹ ਆਈ ਤੇ ਗਈ, ਇਹ ਵੀ ਹਾਲੇ ਪਤਾ ਨਹੀਂ ਕਿੰਨੀ ਦੇਰ ਚੱਲੇਗੀ। ਇੱਕ ਹੈ ਮੈਸਾਚੂਸੈਟਸ ਦੇ ਇੰਸਟੀਚਿਊਟ ਆਫ ਟੈਕਨੋਲੋਜੀ, ਉਹਦਾ ਜਿਹੜਾ ਡਾਟਾ ਆਇਆ ਹੈ, ਜੇ ਉਹ ਸੱਚਮੁੱਚ ਉਹ ਕਹਿੰਦਾ ਹੈ ਕਿ ਜੇ ਵੈਕਸੀਨ ਟਾਈਮ ਤੇ ਨਹੀਂ ਆਇਆ ਤੇ ਟਾਈਮ ਤੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਨਹੀਂ ਲਗਾਇਆ ਗਿਆ ਤਾਂ ਅਗਲੇ ਸਾਲ 2021 ਦੇ ਅੰਤ ਤੱਕ ਭਾਰਤ ਵਿੱਚ ਰੋਜ਼ ਦੇ 2,87,000 ਕੇਸ ਹੋਣਗੇ। ਹੁਣ ਦੇਖੋ ਡਾਕਟਰ ਮਿੱਤਰਾ ਬਹੁਤ ਵੱਡੀ ਗੱਲ ਕਰ ਰਹੇ ਹੋ। ਸਾਡੇ ਸਾਰੇ ਜਿਹੜੇ ਹੈਗੇ ਨੇਤਾ, ਜਿਹੜੇ ਦੇਸ਼ ਦੇ ਆਗੂ ਚਾਹੇ ਸੂਬਿਆਂ ਦੇ ਆਗੂ, ਲਗਾਤਾਰ ਇਹ ਕਹਿ ਰਹੇ ਹੈ ਕਿ ਅਕਤੂਬਰ ਨਵੰਬਰ ਤੱਕ ਜਿਹੜੀ ਹੈਗੀ ਹੈ ਮਹਾਮਾਰੀ ਦਾ ਦੌਰ ਹੈਗਾ, ਉਸ ਤੋਂ ਬਾਅਦ ਪ੍ਰਸਥਿਤੀਆਂ ਬਦਲਣਗੀਆਂ। ਪਰ ਤੁਸੀਂ ਜਿਸ ਸੰਸਥਾ ਦੀ ਰਿਪੋਰਟ ਦਾ ਜ਼ਿਕਰ ਕਰ ਰਹੇ ਹੋ, 21 ਚ ਤੁਸੀਂ ਕਹਿ ਰਹੇ ਹੋ ਕਿ 2.5 ਲੱਖ 3 ਲੱਖ ਤੱਕ ਕੇਸ ਜਿਹੜੇ ਰੋਜ਼ਾਨਾ ਜਾ ਸਕਦੇ ਆ, ਇਹਦਾ ਮਤਲਬ ਬਹੁਤ ਹੀ ਖਤਰਨਾਕ ਪ੍ਰੋਜੈਕਸ਼ਨ ਹੈ। ਸਾਡੀ ਸ਼ਾਇਦ ਹੈਲਥ ਡਿਪਾਰਟਮੈਂਟ ਨੇ ਇਹਨੂੰ ਰੱਦ ਵੀ ਕੀਤਾ, ਇਸ ਪ੍ਰੋਜੈਕਸ਼ਨ ਨੂੰ। ਸਾਡੇ ਹੈਲਥ ਡਿਪਾਰਟਮੈਂਟ ਨੇ ਇਹ ਗੱਲ ਕਹੀ ਹੈ ਕਿ ਇਹ ਇੱਕ ਮੈਥਮੈਟੀਕਲ ਮਾਡਲ ਹੈ, ਐਸੇ ਅਸੀਂ ਵਿਸ਼ਵਾਸ ਨਹੀਂ ਕਰਦੇ। ਉਦੋਂ ਤੱਕ ਵੈਕਸੀਨ ਆ ਜਾਏਗੀ, ਹੋਰ ਅਸੀਂ ਕਈ ਤਰੀਕੇ ਸਾਂਭ ਲਾਂਗੇ ਤੇ ਇਹਨੂੰ ਕੰਟਰੋਲ ਕਰ ਲਾਂਗੇ। ਅੱਛੀ ਗੱਲ ਹੈ ਕੰਟਰੋਲ। ਅਸੀਂ ਤਾਂ ਨਹੀਂ ਚਾਹੁੰਦੇ ਕੋਈ ਬਿਮਾਰ ਹੋਏ, ਪਰ ਖਤਰਾ ਹੈ ਸਾਨੂੰ ਜ਼ਰੂਰ। ਅਗਰ ਇਸ ਫਿਗਰ ਤੋਂ ਡਰ ਕੇ ਹੀ ਹੈਲਥ ਡਿਪਾਰਟਮੈਂਟ ਜੋ ਹੈ ਇਹ ਆਪਣੀ ਇਨਵੈਸਟਮੈਂਟ ਜੋ ਜਨਤਕ ਸਿਹਤ ਸੇਵਾਵਾਂ ਦੇ ਖੇਤਰ ਵਿੱਚ, ਜਿਵੇਂ ਡਾਕਟਰ ਬਾਵਾ ਨੇ ਐਗਜ਼ਾਮਪਲ ਦਿੱਤੀ, ਮੈਂ ਵੀ ਅੰਮ੍ਰਿਤਸਰ ਪੜ੍ਹਿਆ 2 ਸਾਲ ਤੇ ਉਹ ਮੈਨੂੰ ਬੜਾ ਗਰਵ ਹੁੰਦਾ ਸੀ, ਮੇਰਾ ਅੰਮ੍ਰਿਤਸਰ ਕਾਲਜ ਹੈ। ਪਰ ਹੁਣ ਜਦੋਂ ਮੈਂ ਅੱਜ ਜਾਣਾ ਵਿਜ਼ਿਟ ਕਰਨ ਤਾਂ ਫਿਰ ਲੱਗਦਾ ਵੀ ਬੜਾ ਮਨ ਤੇ ਪਰੇਸ਼ਾਨੀ ਹੁੰਦੀ ਹੈ ਵੀ ਅੰਮ੍ਰਿਤਸਰ ਕਿੱਥੇ ਸੀ ਤੇ ਅੱਜ ਅੰਮ੍ਰਿਤਸਰ ਯਾਨੀ ਕਿੱਥੇ ਹੈ ਮੈਡੀਕਲ ਕਾਲਜ। ਇਹ ਗਵਰਨਮੈਂਟ ਹਦੋਂ ਸਾਰੀਆਂ ਸਰਕਾਰਾਂ, ਕੱਲੀ ਨਾ ਪੰਜਾਬ ਸਰਕਾਰ, ਇਹ ਕੇਂਦਰ ਸਰਕਾਰ ਨੂੰ ਸੋਚਣਾ ਪਏਗਾ ਹੈਲਥ ਦੀ ਇਨਫਰਾਸਟ੍ਰਕਚਰ ਤੇ। ਹੈਲਥ ਨੂੰ ਇੱਕ ਅਸੈਟ ਲੈਣਾ ਚਾਹੀਦਾ, ਲਾਇਬਿਲਿਟੀ ਨਹੀਂ। ਸਾਡੇ ਅਸਲ ਤੇ ਹੈਲਥ ਨੂੰ ਮਤਲਬ ਲਾਇਬਿਲਿਟੀ ਲੈਂਦੇ ਨੇ ਵੀ ਬੋਝ ਹੈ। ਹੈਲਥ ਤੁਹਾਨੂੰ, ਜੇ ਬੰਦਾ ਹੈਲਦੀ ਹੈ ਤਾਂ ਹੀ ਕੰਮ ਕਰੇਗਾ। ਇੱਥੇ ਸਚਦੇਵਾ ਜੀ ਬੈਠੇ ਨੇ, ਜੇ ਮਜ਼ਦੂਰ ਬਿਮਾਰ ਪਿਆ ਤੇ ਕਿਵੇਂ ਆ ਕੇ ਉਹ ਫੈਕਟਰੀ 'ਚ ਮਸ਼ੀਨ ਚਲਾਏਗਾ? ਤੰਦਰੁਸਤ ਹੋਏਗਾ ਤਾਂ ਹੀ ਚਲਾਏਗਾ ਨਾ। ਇਸ ਕਰਕੇ ਹੈਲਥ ਨੂੰ ਠੀਕ ਕਰਨਾ ਪਏਗਾ। ਓਕੇ ਡਾਕਟਰ ਬਾਵਾ, ਇੱਕ ਅਹਿਮ ਸਵਾਲ ਇਸੇ ਮੁੱਦੇ ਨਾਲ ਜੁੜਿਆ ਵਾ। ਜਿੱਦਾਂ ਡਾਕਟਰ ਮਿੱਤਰਾ ਨੇ ਕਿਹਾ, ਮੈਂ ਉਸ ਬਹਿਸ ਨੂੰ ਅੱਗੇ ਤੋਰਦਾ ਹੋਇਆ ਤੁਹਾਡੇ ਕੋਲੋਂ ਲੈਣਾ ਚਾਹੁੰਦਾ ਹੈ ਕਿ ਮੁਲਕ ਜਿਹੜਾ ਕਿਹੋ ਜਿਹੀ ਖਤਰਨਾਕ ਪ੍ਰਸਥਿਤੀ ਵੱਲ ਅੱਗੇ ਵੱਧ ਰਿਹਾ ਹੈ। ਖਾਸ ਤੌਰ 'ਤੇ ਜੋ ਸਾਡੇ ਆਗੂ ਇਹ ਦਾਅਵਾ ਕਰਦੇ ਵੈਕਸੀਨ ਦਾ, ਇਹਨਾਂ ਨੇ ਤਾਂ ਭਲੇ ਮਾਨਸਾਂ ਨੇ 15 ਅਗਸਤ ਹੀ ਤੈਅ ਕਰਤਾ ਸੀ। ਚਲੋ 15 ਅਗਸਤ ਤਾਂ ਨਿਕਲ ਗਈ ਹੈ। ਇੱਦਾਂ ਦੀਆਂ ਜਿਹੜੀਆਂ ਦਾਅਵੇਦਾਰੀਆਂ ਵੈਕਸੀਨ ਨੂੰ ਲੈ ਕੇ, ਰਾਮਦੇਵ ਨੇ ਆਪਣਾ ਇੱਕ ਜਿਹੜਾ ਜਲਵਾ ਦਿਖਾਤਾ ਸੀ, ਖੈਰ ਚਲੋ ਪਿੱਛੇ ਹਟਿਆ। ਇਹ ਕਿੱਦਾਂ ਦੀ ਸਥਿਤੀ ਹੈਗੀ ਹੈ ਵੈਕਸੀਨ ਨੂੰ ਲੈ ਕੇ, ਔਰ ਜਿਹੜਾ ਸਾਡਾ ਮੁਲਕ ਕਿਹੋ ਜਿਹੇ ਖਤਰਨਾਕ ਦੌਰ ਵੱਲ ਵੱਧ ਰਿਹਾ ਹੈ, ਜਿਹੜੀ ਇੱਕ ਰਿਪੋਰਟ ਦਾ ਜ਼ਿਕਰ ਡਾਕਟਰ ਮਿੱਤਰਾ ਨੇ ਵੀ ਕੀਤਾ ਹੈ। ਜੀ ਡਾਕਟਰ ਬਾਵਾ। ਹਾਂਜੀ ਮਿਸਟਰ ਜਗਤਾਰ, ਇਹ ਤੁਸੀਂ ਬੜਾ ਅਹਿਮ ਸਵਾਲ ਰੇਜ਼ ਕੀਤਾ ਹੈ, ਬਿਕੋਜ਼ ਇਹ ਸਵਾਲ ਇਸ ਵੇਲੇ ਹਰ ਇਨਸਾਨ ਦੇ ਪੂਰੇ ਵਰਲਡ ਵਿੱਚ ਰੇਜ਼ ਹੋ ਰਿਹਾ ਹੈ ਕਿ ਵੈਕਸੀਨ ਆ ਜਾਵੇ ਤੇ ਬਿਮਾਰੀ, ਵਾਇਰਸ ਗਾਇਬ ਹੋ ਜਾਵੇ। ਇਹ ਇਸ ਵੇਲੇ ਇਹ ਲੋਕਾਂ ਦੇ ਦਿਮਾਗ 'ਚ ਇਹ ਗੱਲ ਚੱਲ ਰਹੀ ਹੈ। ਪਰ ਪੁਆਇੰਟ ਇਹ ਹੈ ਕਿ ਇਹ ਸ਼ਾਰਟਕਟ ਕਈ ਵਾਰੀ ਬਹੁਤ ਖਤਰਨਾਕ ਹੁੰਦਾ ਹੈ। ਇਹ ਵੈਕਸੀਨ ਦਾ ਜਿਹੜਾ ਡਿਵੈਲਪਮੈਂਟ ਹੈ, ਇਹਦੇ ਵਿੱਚ ਫੇਜ਼ 3 ਟ੍ਰਾਇਲ ਚੱਲ ਰਿਹਾ, ਤੁਹਾਨੂੰ ਪਤਾ ਹੈ, ਕਈ ਮੁਲਕਾਂ ਚੱਲ ਰਿਹਾ। ਇਹ ਫੇਜ਼ 3 ਟ੍ਰਾਇਲ ਜਿਹੜਾ ਹੁੰਦਾ ਹੈ, ਇਹ ਘੱਟੋ ਘੱਟ 2 ਸਾਲ 3 ਸਾਲ ਨਾਰਮਲ ਪੀਰੀਅਡ ਚਾਹੀਦਾ ਹੁੰਦਾ ਹੈ, ਕਿਉਂਕਿ ਇਹ ਪੀਰੀਅਡ ਵਿੱਚ ਤੁਸੀਂ ਇਹਨੂੰ ਵੈਕਸੀਨ ਨੂੰ ਇਵੈਲੂਏਟ ਕਰਦੇ ਹੋ ਕਿ ਭਾਈ ਇਹਦੇ ਕੋਈ ਸਾਈਡ ਇਫੈਕਟਸ ਨਹੀਂ ਹੈ, ਨੰਬਰ 1। ਨੰਬਰ 2, ਇਹਦੀ ਡਿਊਰੇਬਿਲਿਟੀ ਕਿੰਨੀ ਹੈ, ਕਿ ਵੀ ਇਹ ਕਿੰਨੀ ਦੇਰ ਇਹ ਵੈਕਸੀਨ ਦਾ ਇਮਿਊਨਿਟੀ ਲਾਸਟ ਕਰੇਗੀ। ਅਗਰ ਤੁਸੀਂ ਵੈਕਸੀਨ ਲਗਾ ਦਿੱਤਾ, ਉਹਦਾ ਅਸਰ 2 ਮਹੀਨੇ ਹੈ, ਤੇ ਉਹ ਵੈਕਸੀਨ ਦਾ ਫਾਇਦਾ ਕੋਈ ਨਹੀਂ। ਸੋ ਇਹ ਚੀਜ਼ਾਂ ਜਿਹੜੀਆਂ ਨਾ, ਇਹ ਸ਼ਾਰਟਕਟ ਨਹੀਂ ਹੋ ਸਕਦੀਆਂ। ਬਟ ਬਦਕਿਸਮਤੀ ਇਹ ਹੈ ਕਿ ਇਸ ਵੇਲੇ ਇਹ ਮੁੱਦਾ ਇੰਨਾ ਅਰਜੈਂਟ ਬਣ ਗਿਆ ਹੈ ਕਿ ਇਹ ਵੈਕਸੀਨ ਤੁਹਾਨੂੰ ਇਹਨਾਂ ਨੇ ਦੇਣੀ ਹੈ। ਇਹ ਵੈਕਸੀਨ ਪ੍ਰੋਵਾਈਡ ਕਰਨੀ ਹੈ, ਲੋਕਾਂ ਨੂੰ ਲੱਗਣੀ ਹੈ, ਔਰ ਪਲੱਸ ਉਦੋਂ ਬਾਅਦ ਉਹਦਾ ਅਸਰ ਕੀ ਆਏਗਾ ਤੁਹਾਨੂੰ ਟਾਈਮ ਨਾਲ ਪਤਾ ਲੱਗਣਾ। ਔਰ ਇਹ ਸਾਈਡ ਇਫੈਕਟ ਵਾਲਾ ਇਸ਼ੂ ਮੈਂ ਤੁਹਾਨੂੰ ਰੇਜ਼ ਜ਼ਰੂਰ ਕਰਨਾ ਚਾਹਾਂਗਾ, ਕਿਉਂਕਿ ਇਹ ਸਾਈਡ ਇਫੈਕਟ ਵਾਲੀ ਗੱਲ ਇਹ ਹੈ, ਇਹ ਵੈਕਸੀਨ ਲੱਗਦਾ ਹੈ ਹੈਲਦੀ ਇੰਡੀਵਿਜੂਅਲ ਨੂੰ,
ਜਿਹੜਾ ਤੁਹਾਡੇ ਵਰਗਾ ਸਾਡੇ ਵਰਗਾ ਗੱਪਸ਼ਪ ਮਾਰਦਾ, ਉਸ ਬੰਦੇ ਨੂੰ ਤੂੰ ਅਗਰ ਵੈਕਸੀਨ ਲਗਾ ਦਿੱਤੀ, ਉਹਨੂੰ ਕੋਈ ਬੜਾ ਸੀਰੀਅਸ ਸਾਈਡ ਇਫੈਕਟ ਆ ਗਿਆ, ਉਹਦੇ ਵਾਸਤੇ ਤਾਂ ਮੁਸੀਬਤ ਪੈ ਗਈ। ਤੇ ਉਹ ਆਮ ਤੌਰ ਤੇ ਸ਼ਾਇਦ ਉਹ ਬੰਦਾ ਵਾਇਰਸ ਨੂੰ ਵੈਸੇ ਝੇਲ ਲੈਂਦਾ। ਸੋ ਇਹ ਬੜੇ ਸੀਰੀਅਸ ਇਸ਼ੂਜ਼ ਹੈਗੇ ਜਿਹੜੇ ਵੈਕਸੀਨ ਦੇ ਐਕਸਪਰਟਸ ਕਹਿ ਰਹੇ ਆਲ ਓਵਰ ਦ ਵਰਲਡ। ਸੋ ਸਾਇੰਟਿਸਟ ਦੇ ਵਿੱਚ ਇਹ ਡਿਬੇਟ ਚੱਲ ਰਹੀ ਹੈ ਕਿ ਬਈ ਤੁਸੀਂ ਸ਼ਾਰਟਕਟ ਤਾਂ ਕਰ ਰਹੇ ਹੋ, ਪਰ ਇਹਦਾ ਕੀ ਫਾਇਦਾ ਹੋਏਗਾ, ਨੁਕਸਾਨ ਹੋਏਗਾ, ਇਹ ਤੁਹਾਡੇ ਕੀ ਬੈਨੀਫੀਸ਼ੀਅਲ ਲੌਂਗ ਟਰਮ ਹੋਣਗੇ, ਇਹ ਇਸ਼ੂਜ਼ ਹਾਲੇ ਆਨਸਰਡ ਨਹੀਂ ਹੈ। ਜਿਸ ਤਰ੍ਹਾਂ ਇਹ ਵਾਇਰਸ ਆਇਆ ਹੈ, ਇਹਦੇ ਬਾਰੇ ਵੀ ਤੁਹਾਡੇ ਕਈ ਕੁਐਸਚਨ ਆਨਸਰਡ ਨਹੀਂ ਹੋ ਸਕੇ, ਅਸੀਂ ਨਹੀਂ ਲੈ ਸਕੇ ਇਹਦੇ ਆਨਸਰ। ਸਿਮਿਲਰਲੀ ਇਹ ਵੈਕਸੀਨ ਦਾ ਵੀ ਇਸ ਵੇਲੇ ਕੁਐਸਚਨ ਮਾਰਕ ਹੈ। ਜਿਸ ਤਰ੍ਹਾਂ ਮਿਸਟਰ ਮਿਤਰਾ ਨੇ ਦੱਸਿਆ ਹੈ, ਇਹ ਕੋਈ ਪਤਾ ਨਹੀਂ 2021 ਚ ਇਹਦਾ ਕੀ ਪ੍ਰੋਗਰੈਸ਼ਨ ਹੋਏਗੀ ਵਾਇਰਸ ਦੀ, ਇਹ ਸਮਾਂ ਦੱਸੇਗਾ। ਇਹ ਸਮਾਂ ਹੀ ਤੁਹਾਨੂੰ ਦੱਸੇਗਾ ਕਿ ਭਈ ਇਹ ਅੱਗੇ ਕਿਸ ਤਰ੍ਹਾਂ ਇਹ ਸੀਕੁਐਂਸ ਆਫ ਇਵੈਂਟਸ ਚੱਲਦੇ ਆ। ਜੀ ਡਾਕਟਰ ਸਾਹਿਬ ਤੁਸੀਂ ਬਹੁਤ ਅਹਿਮ ਮੁੱਦੇ ਤੇ ਗੱਲ ਕਰ ਰਹੇ ਹੋ, ਮੈਂ ਤੁਹਾਨੂੰ ਰੋਕ ਵੀ ਰਿਹਾ ਵਿੱਚੋਂ, ਪਰ ਦੋ ਸਵਾਲ ਹੈ ਜਿਹੜੇ ਅਹਿਮ ਬਣਦੇ ਹੈ। ਇੱਕ ਤਾਂ ਤੁਸੀਂ ਕਹਿ ਰਹੇ ਕਿ ਜਿਹੜੀ ਵੈਕਸੀਨ ਹੈਗੀ ਹੈ ਜਿਸ ਤਰੀਕੇ ਨਾਲ ਇਹਦਾ ਸ਼ਾਰਟਕਟ ਨਹੀਂ ਹੋ ਸਕਦਾ, ਪਰ ਜੇ ਆਪਾਂ ਆਪਣੇ ਦੇਸ਼ ਨਹੀਂ ਦੂਜੇ ਦੇਸ਼ਾਂ ਦੀ ਵੀ ਗੱਲ ਕਰ ਲਈਏ ਕਿ ਇਹ ਵੱਖ-ਵੱਖ ਦੇਸ਼ਾਂ ਦੀ ਪੋਲੀਟੀਕਲ ਲੀਡਰਸ਼ਿਪ ਹੈ, ਉਹਨਾਂ ਦੀ ਮਜਬੂਰੀ ਹੈ, ਜਾਂ ਕਹੀਏ ਕਿ ਡਾਕਟਰਾਂ ਦੇ ਗਲ ਤੇ ਉਹਨਾਂ ਨੇ ਅੰਗੂਠੇ ਰੱਖੇ ਹੋਏ ਹੈ ਕਿ ਜਲਦੀ ਜਿਹੜਾ ਵੈਕਸੀਨ ਦਾ ਰਿਜ਼ਲਟ ਲਿਆਓ ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ। ਇਹਦਾ ਤਾਂ ਫਿਰ ਇਹ ਖਤਰਨਾਕ ਨਤੀਜੇ ਸਾਹਮਣੇ ਆਉਣਗੇ। ਦੂਜਾ ਜਿਹੜਾ ਹੈਗਾ ਤੁਸੀਂ ਗੱਲ ਕਹਿ ਰਹੇ ਕਿ 21 ਤੱਕ ਵੀ ਜਾ ਸਕਦਾ ਹੈ, ਇਸ ਕਰਕੇ ਇਸ ਦਾ ਕੋਈ ਐਂਡ ਨਹੀਂ ਹੈਗਾ ਕਿ ਨਵੰਬਰ ਜਾਂ ਦਸੰਬਰ ਜਾਂ ਅਕਤੂਬਰ ਦੇ ਵਿੱਚ ਇਹ ਬਿਮਾਰੀ ਜਿਹੜੀ ਡਿਕਲਾਈਨ ਕਰੇਗੀ। ਦੋਨਾਂ ਮੁੱਦਿਆਂ ਤੇ ਡਾਕਟਰ ਸਾਹਿਬ ਮੈਂ ਜਵਾਬ ਜ਼ਰੂਰ ਚਾਹਾਂਗਾ ਤੁਹਾਡਾ। ਹਾਂ, ਤੁਸੀਂ ਬਹੁਤ ਅੱਛੀ ਗੱਲ ਕਹੀ ਹੈ ਕਿ ਇਹ ਇਸ ਵੇਲੇ ਇੰਨਾ ਜ਼ਬਰਦਸਤ ਪੋਲੀਟੀਕਲ ਪ੍ਰੈਸ਼ਰ ਡਿਵੈਲਪ ਹੋਇਆ ਹੈ ਨੇਤਿਆਂ ਤੇ ਕਿ ਇਹ ਵੈਕਸੀਨ ਤੋਂ ਇਲਾਵਾ ਕੋਈ ਉਹਨਾਂ ਕੋਲ ਚਾਰਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਅਦਰਵਾਈਜ਼ ਕੋਈ ਸੋਲੂਸ਼ਨ ਹੈ ਨਹੀਂ। ਸੋ ਇਸ ਵੇਲੇ ਉਹਨਾਂ ਨੂੰ ਆਪਣੇ ਵੋਟ ਦਾ, ਆਪਣੇ ਇਲੈਕਸ਼ਨ ਦਾ, ਇਹ ਸਾਰੇ ਇਸ਼ੂਜ਼ ਉਹਨਾਂ ਨੂੰ ਸਾਹਮਣੇ ਨਜ਼ਰ ਆਉਂਦੇ ਆ, ਕਿਉਂਕਿ ਨੈਕਸਟ ਟਾਈਮ ਅਗਰ ਤੁਸੀਂ ਪਾਵਰ ਚ ਆਉਣਾ ਹੈ ਤੇ ਇਹ ਤੁਹਾਡੇ ਵਿੱਚ ਤੁਹਾਨੂੰ ਇਹ ਵੈਕਸੀਨ ਪ੍ਰੋਵਾਈਡ ਕਰਨਾ ਪੈਣਾ ਜੇ। ਅਦਰਵਾਈਜ਼ ਅਗਰ ਇਹ ਡਿਜ਼ੀਜ਼ ਸਪਰੈਡ ਵਧੇਗੀ ਤੇ ਪੋਲੀਟੀਕਲ ਨੇਤਾ ਤੇ ਇਹ ਗੱਲ ਆਏਗੀ, ਅਲਟੀਮੇਟਲੀ ਉਹਦੇ ਤੇ ਹੀ ਗੱਲ ਆ ਜਾਂਦੀ ਕਿ ਭਾਈ ਤੁਸੀਂ ਕੁਝ ਨਹੀਂ ਕਰ ਸਕੇ, ਕਾਮਯਾਬ ਨਹੀਂ ਹੋ ਸਕੇ। ਸੋ ਇਹ ਇਸ ਵੇਲੇ ਪ੍ਰੈਸ਼ਰ ਬਹੁਤ ਹੈ, ਈਵਨ ਸਾਇੰਟਿਸਟ ਤੇ ਵੀ ਬਹੁਤ ਪ੍ਰੈਸ਼ਰ ਹੈ। ਹੁਣ ਸਾਡਾ ਜਿਹੜਾ ਵਰਲਡ ਦਾ ਨੰਬਰ 1 ਸਾਇੰਟਿਸਟ ਹੈ ਜਿਹੜਾ ਵੈਕਸੀਨ ਦਾ, ਉਹਦਾ ਨਾਮ ਹੈ ਐਂਟਨੀ ਫਾਊਚੀ, ਜਿਹੜਾ NIH ਅਮਰੀਕਾ 'ਚ ਉਹਨੂੰ ਹੈਡ ਕਰਦਾ ਹੈ। ਉਹ ਵੈਕਸੀਨ ਦਾ ਐਕਸਪਰਟ ਹੈ ਵਰਲਡ ਦਾ। ਉਹ ਟਰੰਪ ਦੇ ਨਾਲ ਸਾਰੀ ਮੀਟਿੰਗਾਂ 'ਚ ਆਂਦਾ ਸੀ, ਕਿਉਂਕਿ ਉਹ ਅਗੇਂਸਟ ਬੋਲਦਾ ਸੀ, ਉਹਨੂੰ ਉਹਨਾਂ ਨੇ ਕਮੇਟੀ 'ਚੋਂ ਹਟਾ ਦਿੱਤਾ। ਉਹ ਕਹਿੰਦੇ ਨਹੀਂ ਤੂੰ ਬਈ ਤੂੰ ਨਹੀਂ ਆਏਗਾ। ਹਾਂ, ਉਹਨੂੰ ਕਹਿੰਦੇ ਕਿ ਨਹੀਂ ਬਈ ਤੂੰ ਨਹੀਂ, ਇਹਨੂੰ ਨਹੀਂ, ਬਈ ਅਸੀਂ ਇਹਦੇ ਬਗੈਰ ਕੰਮ ਚਲਾਵਾਂਗੇ। ਬਟ ਹੀ ਵਾਸ ਸਪੀਕਿੰਗ ਦ ਟਰੂਥ। ਉਹ 30 ਇਅਰਸ ਤੋਂ NIH ਦਾ ਹੈਡ ਹੈ, ਉਹਨੂੰ ਉਹ NIH ਤੋਂ ਹਟਾਉਂਦੇ ਨਹੀਂ, ਵਿਚ ਇਜ਼ ਦ ਬਿਗੇਸਟ ਬਾਡੀ ਇਨ ਦੀ ਵਰਲਡ ਟੂ check the vaccines, efficacy and etc., develop it, all these ਮੁੱਦੇ NIH ਡਿਸਾਈਡ ਕਰਦੀ ਹੈ। ਸੋ ਇਹੋ ਜਿਹੇ ਤਾਂ ਮੁੱਦੇ ਤੁਸੀਂ ਦੇਖੋ ਆਲ ਓਵਰ ਦੇ ਵਰਲਡ ਚੱਲ ਰਹੇ ਆ। ਸੋ ਇਹ ਤੁਹਾਡਾ ਬੜਾ ਅੱਛਾ ਸਵਾਲ ਸੀ ਤੇ ਇਹ ਹੁਣ ਦੇਖੋ ਇਹ ਕਿਸ ਤਰ੍ਹਾਂ ਇਹਨੂੰ ਹੈਂਡਲ ਕਰੇਗੀ ਪੋਲੀਟੀਕਲ ਲੀਡਰਸ਼ਿਪ, ਇਹ ਟਾਈਮ ਹੀ ਦੱਸ ਸਕਦਾ ਹੈ। ਜੀ, ਸੋ ਤੁਹਾਨੂੰ ਲੱਗਦਾ ਹੈ ਕਿ ਵੈਕਸੀਨ ਨੂੰ ਵੀ ਜਿਹੜਾ ਪੋਲੀਟੀਕਲ ਲੀਡਰਸ਼ਿਪ ਹੈ ਆਪਣੀ ਸੱਤਾ ਹਾਸਲ ਕਰਨ ਲਈ, ਰਾਜਸੀ ਰੋਟੀਆਂ ਸੇਕਣ ਦੇ ਲਈ ਇਸਤੇਮਾਲ ਕਰ ਰਹੀ ਹੈ। ਡਾਕਟਰ ਬਾਬਾ ਥੈਂਕ ਯੂ ਵੈਰੀ ਮਚ। ਮੈਂ ਦੁਬਾਰਾ ਆਵਾਂਗਾ ਤੁਹਾਡੇ ਵੱਲ। ਮੈਂ ਸਚਦੇਵਾ ਜੀ ਕੋਲੋਂ ਜਿਹੜਾ ਹੈਗਾ ਜ਼ਰੂਰ ਇਸ ਮੁੱਦੇ 'ਤੇ ਸਵਾਲ ਲੈਣਾ ਚਾਹੁੰਦਾ। ਸਚਦੇਵਾ ਜੀ, ਜਿਹੜਾ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਵੋਕਲ ਫਾਰ ਲੋਕਲ ਜਿਹੜਾ ਹੈਗਾ ਉਹਨਾਂ ਨੇ ਗੱਲ ਕੀਤੀ ਹੈ, ਉਹਨਾਂ ਨੇ 100 ਲੱਖ ਕਰੋੜ ਰੁਪਏ ਦੀ ਗੱਲ ਵੀ ਕੀਤੀ ਹੈ ਕਿ ਡਿਫਰੈਂਟ ਜਿਹੜੇ ਪ੍ਰੋਜੈਕਟ ਹੈ ਉਹਨਾਂ ਦੇ ਲਈ ਪੈਸਾ ਜਿਹੜਾ ਹੈਗਾ ਪਾਈਪਲਾਈਨ 'ਚ ਅਸੀਂ ਦਿਆਂਗੇ ਔਰ ਜਿਹੜਾ ਹੈਗਾ ਮੁਲਕ ਨੂੰ ਆਤਮ ਨਿਰਭਰ ਬਣਾਉਣ ਦੀ ਗੱਲ ਕਰਾਂਗੇ। ਜਿਹੜੀ ਮੌਜੂਦਾ ਸਥਿਤੀ ਜਿੱਦਾਂ ਦਾ ਤੁਸੀਂ ਕਿਹਾ ਕਿ ਸੰਕਟ ਦਾ ਸਾਹਮਣਾ ਕਰ ਰਹੀ ਹੈ ਇੰਡਸਟਰੀ ਜਿਹੜੀ ਹੈਗੀ ਹੈ, ਕਿਉਂਕਿ ਐਗਰੀਕਲਚਰ ਦੇ ਨਾਲ ਇੰਡਸਟਰੀ ਹੈ ਜਿਹੜੀ ਸਾਡੀ ਆਕਸੀਜਨ ਹੈ, ਇਹੋ ਜਿਹੀ ਸਥਿਤੀ ਦੇ ਵਿੱਚ ਜਿਹੜੀ ਹੈਗੀ ਹੈ ਲੱਗਦਾ ਹੈ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਲੋਕਲ ਦੇ ਲਈ, ਵੋਕਲ ਫਾਰ ਲੋਕਲ ਜਿਹੜਾ ਹੈਗਾ ਨਾਰਾ ਬੜਾ ਅੱਛਾ ਹੈ, ਕਿੰਨਾ ਕੁ ਕਾਰੋਬਾਰ ਹੈ ਜਾਂ ਕਾਰਗਰ ਨਹੀਂ ਹੈ ਤਾਂ ਫਿਰ ਕੀ, ਜਿੱਦਾਂ ਅਸੀਂ ਥਾਲੀਆਂ ਖੜਕਾਈਆਂ ਸੀ ਕਰੋਨਾ ਭਜਾਉਣ ਦੇ ਲਈ, ਤੇ ਅੱਜ ਆਪਾਂ ਦੇਖਦੇ ਹਾਂ ਕਿ ਕਰੋਨਾ ਕਿਸ ਪ੍ਰਸਥਿਤੀ 'ਚ ਹੈ। ਇਹ ਥਾਲੀਆਂ ਖੜਕਾਉਣ ਵਰਗਾ ਹੀ ਲੋਕਲ ਫਾਰ ਵੋਕਲ ਹੋਏਗਾ ਕਿ ਜਾਂ ਕੁਝ ਲੱਗਦੀ ਹੈ ਗੱਲ ਇਹਦੇ 'ਚ? ਸਰ, ਜਿੱਥੋਂ ਤੱਕ ਆਤਮ ਨਿਰਭਰ ਭਾਰਤ ਦੀ ਗੱਲ ਮੂਵ ਚੱਲੀ ਹੈ,
ਇਹ ਮੂਵ ਨੂੰ ਘੱਟੋ ਘੱਟ ਅਜੇ 2 ਤੋਂ 3 ਸਾਲ ਲੱਗਣਗੇ ਇੰਪਲੀਮੈਂਟ ਦੇ ਵਿੱਚ ਗਵਰਨਮੈਂਟ ਨੂੰ ਲਿਆਂਦਿਆਂ। ਮੈਂ ਖੁਦ Okay. ਆਪਣੀ ਇੱਕ ਫੈਕਟਰੀ ਹੈ ਸਾਡੀ LED ਲਾਈਟਸ ਬਣਾਉਣ ਦੀ। ਅਸੀਂ LED ਲਾਈਟਸ ਬਣਾਉਂਦੇ ਜੀ। ਹਾਂ ਹਿਮਾਚਲ ਦੇ ਵਿੱਚ। ਮੈਂ ਉੱਥੇ ਹੀ ਬੈਠਾ ਇਸ ਵੇਲੇ। ਇਹਦੇ ਵਿੱਚ ਸਾਡੇ ਜਿਹੜੇ Okay. ਇਲੈਕਟ੍ਰੋਨਿਕ ਦੇ ਕੰਪੋਨੈਂਟਸ ਹੈ ਉਹ ਸਾਰੇ ਅਸੀਂ ਚਾਈਨਾ ਤੋਂ ਇੰਪੋਰਟ ਕਰਦੇ ਹਾਂ, ਔਰ ਉਹ ਛੋਟੇ ਛੋਟੇ ਇਸ ਤਰ੍ਹਾਂ ਦੇ ਕੰਪੋਨੈਂਟਸ ਹੈ ਜਿਹੜੇ ਕਿ ਇੰਡੀਆ 'ਚ ਬਣਦੇ ਹੀ ਨਹੀਂ, ਮਤਲਬ ਬਿਲਕੁਲ ਨਹੀਂ ਬਣਦੇ, ਤੇ ਉਹਨਾਂ ਨੂੰ ਅਸੀਂ ਬੈਨ ਨਹੀਂ ਕਰ ਸਕਦੇ। ਜੇ ਉਹ ਬੈਨ ਨਹੀਂ ਕਰ ਸਕਦੇ, ਬਣਦੇ ਨਹੀਂ ਹੈ, ਤੇ ਘੱਟੋ ਘੱਟ ਜਿਹੜੇ ਵੀ ਗਵਰਨਮੈਂਟ, ਚਾਹੇ ਉਹ PSU ਦੇ ਥਰੂ, ਚਾਹੇ ਪ੍ਰਾਈਵੇਟ ਇਨਵੈਸਟਮੈਂਟ ਦੇ ਥਰੂ ਉਹ ਇੰਡਸਟਰੀਆਂ ਲਗਵਾਏਗੀ, ਉਸ ਚੀਜ਼ ਦੇ ਨਾਲ ਘੱਟੋ ਘੱਟ ਫੈਕਟਰੀਆਂ ਲੱਗਣਗੀਆਂ, ਡਿਜ਼ਾਈਨਿੰਗ ਹੋਏਗੀ, ਚੱਲਣਗੀਆਂ, ਮੈਨੂਫੈਕਚਰਿੰਗ ਹੋਏਗੀ, ਐਕਸੈਪਟੈਂਸ ਹੋਏਗੀ, ਫਿਰ ਉਸ ਕੁਆਂਟਿਟੀ ਦੇ ਵਿੱਚ ਉਹ ਚੀਜ਼ ਬਣਨੀ ਸ਼ੁਰੂ ਹੋਏਗੀ। ਫਿਰ ਹੀ ਅਸੀਂ ਉਹਨੂੰ ਕਹਿ ਸਕਦੇ ਹਾਂ ਵੀ ਅਸੀਂ ਆਤਮ ਨਿਰਭਰ ਹੋ ਗਏ ਜਾਂ ਅਸੀਂ ਇੰਪੋਰਟ ਬੰਦ ਕਰਨੀ ਹੈ। ਅਸੀਂ ਹੁਣ ਰੈਗੂਲਰ ਇੰਪੋਰਟ ਕਰਦੇ ਹਾਂ ਉਹਨਾਂ ਚੀਜ਼ਾਂ ਨੂੰ। ਕੁਛ ਦਿਨ ਵਾਸਤੇ ਬੜਾ ਰੌਲਾ ਪਿਆ ਸੀ, ਚਾਈਨਾ ਤੋਂ ਬੰਦ ਹੋ ਗਿਆ, ਇਹ ਹੋ ਗਿਆ, ਸਾਡੀਆਂ ਵੀ ਕੁਝ ਕੰਸਾਈਨਮੈਂਟਾਂ ਰੁਕੀਆਂ, ਲੇਕਿਨ ਅਲਟੀਮੇਟਲੀ ਗਵਰਨਮੈਂਟ ਨੂੰ ਛੱਡਣੀਆਂ ਪਈਆਂ ਔਰ ਗਵਰਨਮੈਂਟ ਨੇ ਨੋਰਮਲਾਈਜ਼ ਕਰਤਾ, ਸੇਮ ਇੰਪੋਰਟ ਸ਼ੁਰੂ ਹੋ ਗਏ। ਔਰ ਜਿਹੜੀਆਂ ਸੋ ਚਾਈਨਾ ਦੀਆਂ ਆਈਟਮਸ ਵੀ ਆ ਰਹੀਆਂ। ਹਾਂਜੀ ਹਾਂਜੀ, ਔਰ ਜਿਹੜੀਆਂ ਚੀਜ਼ਾਂ ਅਸੀਂ ਫਿਨਿਸ਼ ਜੀ। ਮੰਗਾਉਂਦੇ ਹਾਂ ਔਰ ਉਹ ਅਵਾਇਡ ਹੋ ਸਕਦੀਆਂ ਜਾਂ ਉਹ ਲਗਜ਼ਰੀ ਹੈ ਜਾਂ ਹੋਰ ਚੀਜ਼ਾਂ ਮੈਂ, ਉਹ ਵੀ ਅਜੇ ਆ ਰਹੀਆਂ, ਉਹਨਾਂ ਤੇ ਵੀ ਕੋਈ ਰੋਕ ਨਹੀਂ ਲੱਗੀ। ਸੋ ਓਕੇ, ਇਹ ਚੀਜ਼ਾਂ ਨੂੰ ਗਵਰਨਮੈਂਟ ਨੂੰ ਸਟੈਪ ਬਾਏ ਸਟੈਪ ਹੀ ਕਰ ਪਾਏਗੀ, ਲੇਕਿਨ ਚਾਹੀਦਾ ਇਹ ਹੈ ਕਿ ਜਿਹੜੀਆਂ ਚੀਜ਼ਾਂ ਇੰਡੀਆ 'ਚ ਬਣ ਰਹੀਆਂ ਉਹਨਾਂ ਤੇ ਰੋਕ ਇਮੀਡੀਏਟਲੀ ਲਾਈ ਜਾਏ। ਜਿਹੜੀਆਂ ਚੀਜ਼ਾਂ ਲਗਜ਼ਰੀ ਦੀਆਂ ਅਵਾਇਡ ਹੋ ਸਕਦੀਆਂ ਉਹਨਾਂ ਤੇ ਰੋਕ ਲਾਈ ਜਾਏ, ਤਾਂ ਕਿ ਐਟਲੀਸਟ ਚਾਹੇ ਅਸੀਂ ਲੋਕਾਂ ਨੇ ਅਸੀਂ ਬੇਅਰ ਕਰੀਏ ਉਹਦੀ ਥੋੜ੍ਹੀ ਜਿਹੀ ਹੀਟ ਆਪਣੇ ਸਿਰ ਤੇ ਲਈਏ, ਲੇਕਿਨ ਉਹਨਾਂ ਚੀਜ਼ਾਂ ਨੂੰ ਗਵਰਨਮੈਂਟ ਨੂੰ ਅਲਾਉ ਨਹੀਂ ਕਰਨਾ ਚਾਹੀਦਾ, ਬੰਦ ਕਰ ਦੇਣਾ ਚਾਹੀਦਾ। ਲੇਕਿਨ ਅਨਫੋਰਚੂਨੇਟਲੀ ਜੇ ਅਸੀਂ ਕਹੀਏ ਕਿ ਵੀ ਇੰਡਸਟਰੀ ਚਾਹੇ ਉਹ ਜਿੰਨੀ ਵੀ ਹੈ ਇਫੈਕਟਡ ਹੈ ਜਾਂ ਉਹਦਾ ਕੋਈ ਫਾਇਦਾ ਹੋਵੇ ਉਹਨਾਂ ਨੂੰ, ਉਹ ਕੋਈ ਹੋ ਨਹੀਂ ਰਿਹਾ। ਉਹ ਇੰਡਸਟਰੀ ਨੂੰ ਅਜੇ ਸਾਰੀ ਕੰਪੀਟੀਸ਼ਨ ਵੀ ਝੱਲਣਾ ਪੈ ਰਿਹਾ ਔਰ ਆਪਣੀ ਰਿਸੈਸ਼ਨ ਵੀ ਝੱਲਣਾ ਪੈ ਰਿਹਾ ਔਰ ਕੋਵਿਡ ਵੀ ਝੱਲਣਾ ਪੈ ਰਿਹਾ। ਸੋ ਉਹਨੂੰ ਗਵਰਨਮੈਂਟ ਨੂੰ ਇਮੀਡੀਏਟਲੀ ਬੈਨ ਕਰਨਾ ਚਾਹੀਦਾ। ਸਦੀਵਾ ਜੀ, ਇੱਕ ਸਵਾਲ ਜਿਹੜਾ ਮੈਂ ਜ਼ਰੂਰ ਲੈਣਾ ਚਾਹਾਂਗਾ, ਦਰਸ਼ਕ ਵੀ ਉਸ ਤੋਂ ਤੁਹਾਡੇ ਕੋਲੋਂ ਸੁਣਨਾ ਚਾਹਣਗੇ। ਆਉਣ ਵਾਲੇ ਜਿਹੜੇ ਕਮਿੰਗ ਡੇਜ਼ ਹੈਗੇ, ਆਪਾਂ ਗੱਲ ਕਰਦੇ ਹਾਂ ਤਿਉਹਾਰਾਂ ਦੀ, ਵੱਖ-ਵੱਖ ਜਿਹੜੇ ਹੈਗੇ ਤਰ੍ਹਾਂ ਦੇ ਤਿਉਹਾਰ ਜਿਹੜੇ ਅਗਲੇ ਦਿਨਾਂ 'ਚ ਆਉਣੇ ਹੈ। ਅੱਗੇ ਪਹਿਲਾਂ ਜਿਹੜੀ ਇੰਡਸਟਰੀ ਹੁੰਦੀ ਸੀ, ਤੁਹਾਡੀ ਆਪਣੀ ਇੰਡਸਟਰੀ ਦੀ ਨਹੀਂ ਗੱਲ ਕਰਦਾ ਮੈਂ, ਸਾਰੀ ਇੰਡਸਟਰੀ ਦੀ ਗੱਲ ਕਰਦਾ, ਤੁਸੀਂ ਸਾਰਿਆਂ ਨਾਲ ਵਾਹ ਵਾਸਤਾ ਤੁਹਾਡਾ ਪੈਂਦਾ ਹੈ। ਅੱਗੇ 2-3 ਮਹੀਨੇ ਪਹਿਲਾਂ ਹੀ ਪ੍ਰੋਡਕਸ਼ਨ ਉਸ ਲਿਹਾਜ਼ ਨਾਲ ਫੈਸਟੀਵਲਾਂ ਨੂੰ ਮੁੱਖ ਰੱਖ ਕੇ ਕਰਨੀ ਸ਼ੁਰੂ ਕਰ ਦਿੰਦੇ ਸੀ। ਕੀ ਹੁਣ ਲੱਗਦਾ ਹੈ ਕਿ ਜਿਹੜਾ ਫੈਸਟੀਵਲ ਹੈ ਉਹ ਇੰਡਸਟਰੀ ਦੇ ਚਿਹਰੇ 'ਤੇ ਕੋਈ ਮੁਸਕਰਾਹਟ ਲਿਆ ਸਕਣਗੇ ਜਾਂ ਬਹੁਤ ਮੁਸ਼ਕਿਲ ਹੈ? ਨਹੀਂ, ਮੈਨੂੰ ਨਹੀਂ ਲੱਗਦਾ ਕੋਈ ਲਿਆ ਪਾਉਣਗੇ। ਅਨਫੋਰਚੂਨੇਟਲੀ ਅਸੀਂ ਪੰਜਾਬੀ ਥੋੜ੍ਹੇ ਨਿਡਰ ਹਾਂ। ਡਾਕਟਰ ਸਾਹਿਬ 2 ਬੈਠੇ ਇੱਥੇ, ਔਰ ਨਿਡਰ ਹੋਣ ਕਰਕੇ ਅਸੀਂ ਮੂਵਮੈਂਟ ਜ਼ਿਆਦਾ ਕਰ ਰਹੇ ਹਾਂ। ਤੁਸੀਂ ਮਾਰਕੀਟਸ ਦੇ ਵਿੱਚ ਦੇਖੋ ਤੇ ਲੋਕ ਭਰੇ ਪਏ ਹੈ, ਸਾਰੇ ਸ਼ਾਪਿੰਗ 'ਚ ਨਿਕਲੇ ਆ ਜਾਂ ਖਾਣ ਪੀ ਰਹੇ ਆ, ਕੋਈ ਕਿਸੇ ਤਰ੍ਹਾਂ ਦਾ ਰਿਸੈਸ਼ਨ ਨਹੀਂ ਦਿਖ ਰਿਹਾ। ਸ਼ਾਪਿੰਗ ਵੀ ਹੋ ਰਹੀ ਹੈ, ਦੁਕਾਨਾਂ 'ਤੇ ਵੀ ਅੰਦਰ ਕੜਮੱਸ ਪਿਆ ਹੋਇਆ, ਇੱਕ ਦੇ ਉੱਤੇ ਨਾਲ ਦੂਜਾ ਬੰਦਾ ਵਿਦਆਊਟ ਸੋਸ਼ਲ ਡਿਸਟੈਂਸਿੰਗ ਚੱਲ ਰਿਹਾ। ਉਹ ਇੱਕ ਕਾਰਨ ਹੈ ਇਸ ਟਾਈਮ ਸਾਡੇ ਪੀਕ ਨੂੰ ਅੱਗੇ ਅਸੀਂ ਪੀਕ ਵੱਲ ਜਾ ਰਹੇ ਹਾਂ। ਉਸ 'ਤੇ ਗਵਰਨਮੈਂਟ ਵੱਲੋਂ CM ਸਾਹਿਬ ਤੇ ਜ਼ਰੂਰ ਕਹਿ ਦਿੰਦੇ ਆ ਵੀ ਫਤਿਹ ਪੰਜਾਬ ਇਹ ਉਹ, ਬਟ ਲੋਕਲ ਤੌਰ 'ਤੇ ਐਡਮਿਨਿਸਟ੍ਰੇਸ਼ਨ ਵੱਲੋਂ ਰਿਸਟ੍ਰਿਕਸ਼ਨਸ ਜਿਹੜੀਆਂ ਹੋਣੀਆਂ ਚਾਹੀਦੀਆਂ ਜਾਂ ਕੰਟਰੋਲ ਹੋਣਾ ਚਾਹੀਦਾ, ਬਿਲਕੁਲ ਨਹੀਂ ਹੋ ਰਿਹਾ। ਔਰ ਲੋਕ ਬਿਲਕੁਲ ਮਾਸਕ ਤੋਂ ਬਿਨਾਂ ਇਸ ਤਰ੍ਹਾਂ ਘੁੰਮ ਰਹੇ ਹਨ ਜਿਸ ਤਰ੍ਹਾਂ ਕਿ ਕਰੋਨਾ ਉੱਡ ਗਿਆ, ਚਲਾ ਗਿਆ, ਵਿਚ ਇਜ਼ ਵੈਰੀ ਵੈਰੀ ਅਨਫੋਰਚੂਨੇਟ। ਜੀ ਜੀ तो इस चीज ਓਕੇ ਨੂੰ ਸਚਦੇਵਾ ਰੋਕਣਾ ਜੀ, ਪਏਗਾ। ਅਸੀਂ 3-4 ਮਹੀਨੇ ਅੱਗੇ ਜੇ ਹੋਰ ਲੰਘਾ ਲਾਂਗੇ ਔਖੇ ਸੌਖੇ ਤੇ ਮਰ ਨਹੀਂ ਚੱਲੇ, ਪਰ ਇਹ ਰਿਸੈਸ਼ਨ ਨੂੰ ਝੱਲ ਲਈਏ, ਲੇਕਿਨ ਆਪਣੇ ਆਪ ਨੂੰ ਬਚਾ ਲਈਏ। ਮੈਂ ਪੋਜ਼ਿਟਿਵ ਹੋ ਜਾਵਾਂਗਾ, ਮੈਂ ਅੱਗੋਂ ਹਫ਼ਤੇ ਬਾਅਦ ਠੀਕ ਹੋ ਜਾਵਾਂਗਾ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਪਰ ਮੈਂ ਆਪਣੇ ਘਰ ਕਿਹਨੂੰ ਕਰ ਜਾਵਾਂਗਾ, ਕਿਹੜਾ ਮੇਰੇ ਨਾਲ ਇਫੈਕਟਡ ਹੋ ਜਾਏਗਾ, ਦੈਟ ਇਜ਼ ਦ ਪੁਆਇੰਟ। ਓਕੇ, ਬਹੁਤ ਵੱਡੀ ਗੱਲ ਤੁਸੀਂ ਕੀਤੀ ਹੈ ਡਾਕਟਰ ਮਿੱਤਰਾ। ਸਮਾਂ ਵੀ ਨਹੀਂ ਹੈ, ਮੈਂ 2 ਲਾਈਨਾਂ ਦਾ ਕਮੈਂਟ ਜਿਹੜਾ ਸਚਦੇਵਾ ਜੀ ਨੇ ਕਿਹਾ ਹੈ ਕਿ ਇਸ ਵੇਲੇ ਸਭ ਤੋਂ ਵੱਡੀ ਜ਼ਰੂਰਤ ਹੈ, ਪੰਜਾਬੀ ਅਸੀਂ ਬੜੇ ਦਲੇਰ ਹੈ, ਕਿੱਦਾਂ ਇੱਕ ਦੂਜੇ ਨਾਲ ਖਹਿੰਦੇ ਫਿਰਦੇ ਹਾਂ ਦੁਕਾਨਾਂ ਦੇ ਵਿੱਚ, ਮਾਰਕੀਟ ਦੇ ਵਿੱਚ ਜਿਹੜਾ ਹੈਗਾ, ਉਸ ਦੇ ਲਈ ਕੋਈ ਸੁਨੇਹਾ ਤੁਸੀਂ ਦੇਣਾ ਚਾਹੋਗੇ ਕਿ ਜੇ ਜਾਨ ਹੈ ਤਾਂ ਜਹਾਨ ਹੈ,
ਦੇਖੋ ਜੀ, ਲੋਕਾਂ ਨੂੰ ਸਰੀਰਕ ਦੂਰੀ ਤੇ ਰੱਖਣੀ ਚਾਹੀਦੀ ਹੈ, ਬਹੁਤ ਜ਼ਰੂਰੀ ਹੈ। ਇਸ ਮਾਹੌਲ ਦੇ ਵਿੱਚ ਜੀ। ਇਹ ਜੋ ਬਿਮਾਰੀ ਹੈ ਸਰੀਰਕ ਦੂਰੀ ਤੋਂ ਬਚ ਸਕਦੀ ਹੈ। ਇਹ ਜੋ ਬਿਮਾਰੀ ਹੈ ਮਾਸਕ ਪਾਉਣ ਨਾਲ ਘਟ ਸਕਦੀ ਹੈ। ਇਹ ਜੋ ਬਿਮਾਰੀ ਹੈ ਹੱਥ ਧੋਣ ਨਾਲ ਜਾਂ ਹੱਥ ਸੈਨੀਟਾਈਜ਼ ਕਰਨ ਨਾਲ ਘਟ ਸਕਦੀ ਹੈ। ਸੋਸ਼ਲ ਡਿਸਟੈਂਸਿੰਗ ਇਹ ਗੱਲ, ਸੋਸ਼ਲ ਡਿਸਟੈਂਸਿੰਗ ਇੱਕ ਸ਼ਬਦ ਸ਼ਾਇਦ ਪਤਾ ਨਹੀਂ ਕਿੱਥੋਂ ਆ ਗਿਆ। ਹਾਲਾਂਕਿ ਸਾਈਕੈਟ੍ਰਿਸਟ ਕਹਿੰਦੇ ਨੇ ਵੀ ਸੋਸ਼ਲ ਡਿਸਟੈਂਸਿੰਗ ਨਾ ਕਰੋ, ਫਿਜ਼ੀਕਲ ਡਿਸਟੈਂਸਿੰਗ ਕਰੋ। ਸੋਸ਼ਲੀ ਰਿਮੇਨ ਕਨੈਕਟਿਡ, ਨਹੀਂ ਤੇ ਯੂ ਵਿਲ ਬੀ ਕਿ ਤੁਸੀਂ ਤਣਾਅ 'ਚ ਫਸ ਜਾਓਗੇ ਜੇ ਇਕੱਲੇ ਰਹੋਗੇ ਹਰ ਵੇਲੇ। ਤੇ ਸੋਸ਼ਲੀ ਅਸੀਂ ਗੱਲ ਹੀ ਨਹੀਂ ਕਰਨੀ ਚਾਹੀਦਾ। ਫਿਜ਼ੀਕਲ ਡਿਸਟੈਂਸਿੰਗ ਐਂਡ ਸੋਸ਼ਲ ਕਨੈਕਟੀਵਿਟੀ, ਇਹਦਾ ਇਹ ਸ਼ਬਦਾਵਲੀ ਹੈ। ਇਹ ਜ਼ਰੂਰੀ ਹੈ, ਸਾਵਧਾਨੀਆਂ ਵਰਤਣੀਆਂ ਬੜਾ ਜ਼ਰੂਰੀ ਹੈ। ਲੋਕਾਂ ਨੂੰ ਨਹੀਂ ਚਾਹੀਦਾ ਕਿ ਵਿਚਾਰਾ ਜਾਣ ਪਰ ਸਾਵਧਾਨੀਆਂ ਵਰਤਣ। ਇਹ ਠੀਕ ਹੈ, ਲੋਕਾਂ ਨੂੰ ਹੁਣ ਵਿਚਾਰਾਂ ਦੇ ਵਿੱਚ ਜਾਣਾ ਵੀ ਹੈ, ਇੰਨਾ ਚਿਰ ਹੋ ਗਿਆ ਬੰਦ ਪਏ ਨੇ, ਨਿਕਲਣਾ ਵੀ ਹੈ, ਕੰਮ ਕਾਰ ਵੀ ਕਰਨਾ ਹੈ, ਖਾਨਦਾਰਾਂ ਨੇ ਵੀ ਕਰਨਾ ਹੈ। ਥੈਂਕ ਯੂ, ਮਿਹਰਬਾਨੀ ਡਾਕਟਰ ਮਿੱਤਰਾ, ਤੁਹਾਡਾ ਵਿਊ ਪੁਆਇੰਟ ਆ ਗਿਆ। ਮੈਂ ਡਾਕਟਰ ਬਾਵਾ ਤੋਂ ਵੀ ਇਸ ਮਾਮਲੇ ਤੇ ਕਮੈਂਟਸ। ਡਾਕਟਰ ਬਾਵਾ, ਪੰਜਾਬੀਆਂ ਦੇ ਲਈ ਸੁਨੇਹਾ ਜਿਹੜਾ ਸਚਦੇਵਾ ਜੀ ਨੇ ਸਵਾਲ ਖੜਾ ਕੀਤਾ ਹੈ ਕਿ ਇਸ ਵੇਲੇ ਪੰਜਾਬੀ ਲਾਪਰਵਾਹ ਹੈਗੇ ਹੈ, ਖਤਰੇ ਸਾਡੇ ਵੱਧ ਰਹੇ ਹੈ, ਉਹਦੇ ਲਈ ਕੀ ਕਹਿਣਾ ਚਾਹੋਗੇ ਤੁਸੀਂ ਸੰਖੇਪ ਦੇ ਵਿੱਚ? ਹਾਂਜੀ, ਦੇਖੋ, ਸਰਦਾਰਾਂ ਦੀ ਕੌਮ ਨਿਡਰ ਕੌਮ ਹੈ, ਇਹ ਤਾਂ ਸਾਨੂੰ ਪਤਾ ਹੀ ਹੈ, ਇਹ ਤਾਂ ਹਿਸਟਰੀ ਦੱਸਦੀ ਹੈ। ਸੋ ਹੁਣ ਇਹ ਪ੍ਰੋਬਲਮ ਹੋ ਗਈ ਹੈ ਕਿ ਇਹ ਮਾਸਕ ਦੇਖੋ ਮੈਂ ਪਾਇਆ, ਉਹ ਹੁਣ ਲੋਕੀ ਕਹਿੰਦੇ ਬਈ ਇੱਦਾਂ ਨਹੀਂ, ਅਸੀਂ ਤਾਂ ਇੱਦਾਂ ਚੱਲਣਾ ਹੈ, ਇਹ ਬਹਾਦਰੀ ਹੈ, ਇਹਨੂੰ ਬਹਾਦਰੀ ਬਣਾ ਕੇ ਚੱਲ ਰਹੇ ਹੈ। ਇੱਕ ਤਾਂ ਆਹ ਪ੍ਰੋਬਲਮ ਹੋ ਗਈ ਹੈ। ਦੂਜੀ ਪ੍ਰੋਬਲਮ ਇਹ, ਮੈਂ ਜਾ ਰਿਹਾ ਸੀ ਹਸਪਤਾਲ ਕੈਬ 'ਚ, ਤੇ ਕੈਬ ਦਾ ਡਰਾਈਵਰ ਮੈਨੂੰ ਉਤਾਰਿਆ ਗੱਡੀ ਗੇਟ ਤੇ, ਮੈਨੂੰ ਗੇਟ ਤੇ ਮੈਨੂੰ ਕਹਿੰਦਾ ਡਾਕਟਰ ਸਾਹਿਬ ਤੁਸੀਂ ਇੱਥੇ ਡਿਊਟੀ ਤੇ ਹੋ? ਮੈਂ ਕਿਹਾ ਹਾਂ, ਮੈਂ ਇੱਥੇ ਹਸਪਤਾਲ ਹੀ ਕੰਮ ਕਰਦਾ। ਉਹ ਕਹਿੰਦਾ ਡਾਕਟਰ ਸਾਹਿਬ ਇਹ ਵਾਕਈ ਕੋਈ ਸੱਚ ਹੈ ਬਿਮਾਰੀ, ਹੈ ਝੂਠੀ ਤਾਂ ਨਹੀਂ ਕਿਤੇ? So this was the response of the public. जब तक लोगों ਨੂੰ ਇਸ ਚੀਜ਼ ਦੀ ਅਵੇਅਰਨੈਸ ਨਹੀਂ ਹੋਏਗੀ, they will not contribute. ਹਰ ਇਨਸਾਨ ਨੂੰ ਆਪਣੀ ਰਿਸਪੌਂਸਿਬਿਲਿਟੀ ਲੈਣੀ ਹੈ, ਇਹ ਬਹੁਤ ਜ਼ਰੂਰੀ ਹੈ। ਗਵਰਨਮੈਂਟ cannot do everything, ਸਰਕਾਰ ਸਾਰਾ ਕੁਝ ਨਹੀਂ ਕਰ ਸਕਦੀ। ਪਬਲਿਕ ਦੀ ਕੰਟਰੀਬਿਊਸ਼ਨ ਚਾਹੀਦੀ ਹੈ ਸਰਕਾਰ ਨਾਲ ਮਿਲ ਕੇ, ਔਰ ਇਹਨੂੰ ਬਿਮਾਰੀ ਨੂੰ ਅਸੀਂ ਲੜਨਾ ਹੈ, ਇਹ ਲੜਾਈ ਲੜਨੀ ਹੈ। ਅਗਰ ਅਸੀਂ ਕੰਟਰੀਬਿਊਟ ਕਰਕੇ ਇਕੱਠੇ ਲੜਾਂਗੇ, ਜਲਦੀ ਇਹਨੂੰ ਕਰ ਪਾਵਾਂਗੇ ਕੰਟਰੋਲ ਔਰ ਇਹਨੂੰ ਇਰੈਡੀਕੇਟ। ਅਗਰ ਅਦਰਵਾਈਜ਼ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਇਹ ਤਾਂ ਲੰਬੀ ਚੱਲਣੀ ਹੈ, ਔਰ ਪੀਕ ਤੁਹਾਡਾ ਆਣਾ ਨਹੀਂ। ਪੀਕ ਤੁਹਾਡੇ ਆਂਦੇ ਆਂਦੇ ਕਈ ਮਹੀਨੇ ਲੱਗ ਜਾਣੇ ਹੈ, ਔਰ ਇਹ ਪੀਕ ਜਦੋਂ ਆਏਗਾ ਉਦੋਂ ਤੱਕ ਤੁਸੀਂ ਕਈ ਜਾਨਾਂ ਗਵਾ ਲੋਗੇ। ਥੈਂਕ ਯੂ, ਮਿਹਰਬਾਨੀ ਡਾਕਟਰ ਬਾਵਾ, ਡਾਕਟਰ ਮਿੱਤਰਾ, ਸਚਦੇਵਾ ਜੀ। ਇਸ ਅਹਿਮ ਮਾਨਵੀ ਮੁੱਦੇ ਤੇ ਆਉਣ ਲਈ ਮੈਂ ਤੁਹਾਡਾ ਤਿੰਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੀ ਬੇਨਤੀ ਮੰਨ ਕੇ ਤੁਸੀਂ ਸਾਨੂੰ ਇੰਨਾ ਕੀਮਤੀ ਸਮਾਂ ਦਿੱਤਾ। ਤੁਹਾਡਾ ਇੱਕ ਸੁਨੇਹਾ ਵੀ ਹੈ ਡਿਸਕਸ਼ਨ ਦੇ ਨਾਲ ਨਾਲ ਕਿ ਜਿੱਥੋਂ ਤੱਕ ਸਵਾਲ ਹੈ ਪੰਜਾਬ ਆ ਚਾਹੇ ਦੇਸ਼ ਹੈ, ਰਾਜਸੀ ਧਿਰਾਂ ਦਾ, ਉਹਨਾਂ ਦੇ ਦਾਅਵੇਦਾਰ ਤਾਂ ਰੰਗਦਾਰ ਹੋ ਸਕਦੇ ਹੈ, ਪਰ ਜ਼ਮੀਨੀ ਹਕੀਕਤਾਂ ਉਹਨਾਂ ਦਾਅਵਿਆਂ ਦੇ ਨਾਲ ਮੇਲ ਨਹੀਂ ਖਾਂਦੀਆਂ। ਇਸ ਦੇ ਬਾਵਜੂਦ ਅਸੀਂ ਜ਼ਿੰਦਗੀ ਜਿਉਣੀ ਹੈ, ਜਾਨਾਂ ਗਾਉਣੀਆਂ ਨਹੀਂ। ਜਿੱਦਾਂ ਡਾਕਟਰ ਸਾਹਿਬਾਨ ਨੇ ਸੁਨੇਹਾ ਦਿੱਤਾ ਹੈ ਕਿ ਇਸ ਵੇਲੇ ਦਲੇਰੀ ਦੀ ਜ਼ਰੂਰਤ ਨਹੀਂ ਹੈ, ਸਾਵਧਾਨੀਆਂ ਦੀ ਜ਼ਰੂਰਤ ਹੈ। ਇਹਨਾਂ ਮੁੱਦਿਆਂ ਤੇ ਆਉਣ ਲਈ ਇੱਕ ਵਾਰ ਮੈਂ ਮੁੜ ਕੇ ਤੁਹਾਡੇ ਸਾਰਿਆਂ ਵੱਲੋਂ ਆਪਣੇ ਤਿੰਨੇ ਕਦਾਵਰ ਮਹਿਮਾਨਾਂ ਦਾ ਧੰਨਵਾਦੀ ਹਾਂ, ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।